योग साध संगत जी वाहिगुरु जी का खालसा वाहिगुरु जी की फतेह। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੇ 8ਵੀਂ ਅਸ਼ਟਪਦੀ ਦੇ 4 ਬੰਦਾਂ ਦੀ ਕਥਾ ਕਰ ਲਈ ਸੀ। ਅੱਜ 5ਵੇਂ ਪਦ ਦੀ ਕਥਾ ਸ਼ੁਰੂ ਹੋਣੀ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਰੰਗ ਪਿਆਰ ਨੂੰ ਕਹਿੰਦੇ ਨੇ। ਬ੍ਰਹਮ ਗਿਆਨੀ ਨੂੰ ਇੱਕ ਪਰਮਾਤਮਾ ਦੇ ਨਾਲ ਹੀ ਪਿਆਰ ਹੁੰਦਾ ਹੈ। ਸਾਡਾ ਤਾਂ ਕਈਆਂ ਨਾਲ ਪਿਆਰ ਹੈ, ਧੀ ਨਾਲ ਹੈ, ਪੁੱਤ ਹੈ, ਮਾਂ ਹੈ, ਬਾਪ ਹੈ, ਭੈਣ ਹੈ, ਭਰਾ ਹੈ, ਕੋਈ ਦੋਸਤ ਮਿੱਤਰ ਹੈ। ਸਾਡਾ ਪਿਆਰ ਕਈ ਹਿੱਸਿਆਂ 'ਚ ਵੰਡਿਆ ਹੁੰਦਾ ਹੈ ਅਤੇ ਨਾਲੇ ਸਾਡਾ ਪਿਆਰ ਨਹੀਂ ਹੁੰਦਾ, ਇਹ ਮੋਹ ਹੁੰਦਾ ਹੈ। ਤੁਸੀਂ ਕਹੋਗੇ ਮੋਹ ਅਤੇ ਪਿਆਰ 'ਚ ਕੀ ਫਰਕ ਹੈ? ਮੋਹ ਦੇ ਵਿੱਚ ਇਹ ਫਰਕ ਹੁੰਦਾ ਹੈ ਕਿ ਅਸੀਂ ਜਿਸ ਨੂੰ ਦੇਖਣ ਨੂੰ ਪਿਆਰ ਕਰ ਰਹੇ ਹਾਂ, ਅਸੀਂ ਉਸ ਤੋਂ ਕੁਛ ਉਮੀਦ ਰੱਖਦੇ ਹਾਂ। ਤੁਸੀਂ ਆਪਣੇ ਪੁੱਤਰ ਨੂੰ ਇਸ ਲਈ ਪਿਆਰ ਕਰਦੇ ਹੋ ਕਿ ਉਹ ਵੱਡਾ ਹੋ ਕੇ ਤੁਹਾਡੀ ਸੇਵਾ ਕਰੇਗਾ। ਮੰਨ ਲਓ ਜੋਤਸ਼ੀ ਤੁਹਾਨੂੰ ਦੱਸ ਦਿੰਦਾ ਹੈ ਕਿ ਤੁਹਾਡਾ ਪੁੱਤਰ ਹੀ ਵੱਡਾ ਕਿ ਤੁਹਾਨੂੰ ਮਾਰੇਗਾ। ਜਿਵੇਂ ਕੰਸ ਨੂੰ ਕਹਿਤਾ ਸੀ ਜੋਤਸ਼ੀਆਂ ਨੇ ਕਿ ਤੇਰਾ ਭਾਣਜਾ ਹੀ ਤੈਨੂੰ ਮਾਰੇਗਾ, ਤਾਂ ਉਹਨੇ ਕੋਸ਼ਿਸ਼ ਕੀਤੀ ਵੀ ਭੈਣ ਦੇ ਜਿਹੜਾ ਵੀ ਬੱਚਾ ਹੁੰਦਾ ਸੀ ਉਹਨੂੰ ਮਾਰ ਦਿਆ ਕਰਦਾ ਸੀ ਵੀ ਮੈਨੂੰ ਮਾਰੂਗਾ। ਅਸੀਂ ਉਮੀਦ ਰੱਖਦੇ ਹਾਂ ਜੋ ਵੀ ਹੈ ਦੂਸਰਾ ਕਿ ਉਹ ਲੋੜ ਪੈਣ 'ਤੇ ਸਾਡੀ ਸਹਾਇਤਾ ਕਰੇ, ਅਤੇ ਕਈ ਵਾਰੀ ਉਹ ਨਹੀਂ ਕਰ ਸਕਦਾ ਹੁੰਦਾ, ਫਿਰ ਸਾਨੂੰ ਦੁੱਖ ਹੁੰਦਾ। ਜਿੱਥੇ ਪਿਆਰ ਹੁੰਦਾ ਹੈ ਉੱਥੇ ਕੁਛ ਦੇਣਾ ਹੁੰਦਾ, ਕੁਛ ਲੈਣਾ ਨਹੀਂ ਹੁੰਦਾ। ਪਿਆਰ ਦੇ ਵਿੱਚ ਦਿੱਤਾ ਜਾਂਦਾ ਹੈ, ਕੁਝ ਲਿਆ ਨਹੀਂ ਜਾਂਦਾ, ਇਸ ਲਈ ਉੱਥੇ ਕੋਈ ਦੁੱਖ ਨਹੀਂ ਹੁੰਦਾ। ਇਸ ਲਈ ਬ੍ਰਹਮ ਗਿਆਨੀ ਨੂੰ ਤਾਂ ਰੱਬ ਨਾਲ ਪਿਆਰ ਹੁੰਦਾ, ਉਹਨੂੰ ਸਿਰਫ ਅਤੇ ਸਿਰਫ ਰੱਬ ਨਾਲ ਪਿਆਰ ਹੁੰਦਾ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਦੇ ਨਾਲ ਹਮੇਸ਼ਾ ਪਰਮਾਤਮਾ ਵਸਦਾ ਹੈ। ਕਿੱਡਾ ਵੱਡਾ ਧਰਵਾਸ ਹੈ ਕਿ ਮੇਰੇ ਨਾਲ ਪਰਮਾਤਮਾ ਵਸਦਾ ਹੈ। ਭਾਵੇਂ ਪਰਮਾਤਮਾ ਅੰਦਰ ਤੇ ਸਾਰਿਆਂ ਦੇ ਵਸਦਾ ਹੈ, ਕੀੜੇ 'ਚ ਵੀ ਹੈ, ਹਾਥੀ 'ਚ ਵੀ ਹੈ, ਮਨੁੱਖ 'ਚ ਜਿੰਨੀਆਂ ਜੁਨੀਆਂ ਸਭ 'ਚ ਪਰਮਾਤਮਾ ਹੈ, ਪਰ ਉਹ ਗੁਪਤ ਰੂਪ ਵਿੱਚ ਹੈ, ਉਹ ਦਿਸ ਨਹੀਂ ਰਿਹਾ। ਬ੍ਰਹਮ ਗਿਆਨੀ ਤਾਂ ਹਾਜ਼ਰ ਨਾਜ਼ਰ ਦਿਖਾਈ ਦੇ ਰਿਹਾ ਹੁੰਦਾ ਹੈ, ਉਹਦੇ ਨਾਲ ਹੀ ਹਮੇਸ਼ਾ ਹੁੰਦਾ ਹੈ ਪਰਮਾਤਮਾ। ਇਸ ਲਈ ਉਹਨੂੰ ਕਿਸੇ ਦੀ ਪਰਵਾਹ ਹੀ ਨਹੀਂ ਹੁੰਦੀ ਹੈ। ਸੋ ਬ੍ਰਹਮ ਗਿਆਨੀ ਦਾ ਇੱਕ ਪਰਮਾਤਮਾ ਨਾਲ ਹੀ ਪਿਆਰ ਹੁੰਦਾ ਹੈ ਅਤੇ ਪਰਮਾਤਮਾ ਹਮੇਸ਼ਾ ਬ੍ਰਹਮ ਗਿਆਨੀ ਦੇ ਨਾਲ ਹੀ ਵਸਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਦਾ ਜਿਹੜਾ ਜੀਵਨ ਦਾ ਆਧਾਰ ਹੈ ਉਹ ਪਰਮਾਤਮਾ ਦਾ ਨਾਮ ਹੈ। ਜਿਵੇਂ ਬਿਲਡਿੰਗ ਆਧਾਰ ਹੈ, ਜਿਹਨੂੰ ਆਪਾਂ ਨੀਹਾਂ ਕਹਿੰਦੇ ਹਾਂ, ਬਿਲਡਿੰਗ ਪਿਲਰਸ 'ਤੇ ਵੀ ਖੜ੍ਹੀ ਹੁੰਦੀ ਹੈ। ਛੱਤ ਜਿਹੜੀ ਹੈ ਉਹਦਾ ਆਧਾਰ ਨੇ ਪਿਲਰਸ, ਜਿਹੜੇ ਥੰਮ੍ਹਣੇ ਕੱਢੇ ਹੁੰਦੇ ਨੇ ਆਪਾਂ ਨੂੰ। ਉਸ ਤੋਂ ਬਿਨਾਂ ਬਿਲਡਿੰਗ ਕਿਸੇ ਵੇਲੇ ਡਿੱਗ ਸਕਦੀ ਹੈ। ਪਰ ਬ੍ਰਹਮ ਗਿਆਨੀ ਜਿਹੜਾ ਆਧਾਰ ਹੈ ਉਹ ਪਰਮਾਤਮਾ ਦਾ ਨਾਮ ਹੈ। ਉਹਦਾ ਜੀਵਨ ਪਰਮਾਤਮਾ ਦੇ ਨਾਮ ਦੇ ਆਸਰੇ ਖੜ੍ਹਾ ਹੁੰਦਾ। ਤਾਂ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਵਾਂ। ਪਰਮਾਤਮਾ ਦਾ ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਹੈ। ਨਾਮ ਤੋਂ ਬਿਨਾਂ ਤਾਂ ਉਹਨਾਂ ਲਈ ਜਿਉਣਾ ਬਹੁਤ ਔਖਾ ਮਹਿਸੂਸ ਹੁੰਦਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਬ੍ਰਹਮ ਗਿਆਨੀ ਲਈ ਪਰਮਾਤਮਾ ਦਾ ਨਾਮ ਉਹਦਾ ਪਰਿਵਾਰ ਹੈ। ਸਾਡਾ ਪਰਿਵਾਰ ਤਾਂ ਹੈ ਨਾ, ਮਾਂ ਪਿਓ, ਭੈਣ ਭਰਾ, ਧੀ ਪੁੱਤਰ, ਰਿਸ਼ਤੇਦਾਰ। ਬ੍ਰਹਮ ਗਿਆਨੀ ਦਾ ਪਰਿਵਾਰ ਪਰਮਾਤਮਾ ਦਾ ਨਾਮ ਹੈ।
ਪਰਮਾਤਮਾ ਦਾ ਨਾਮ ਹੀ ਬ੍ਰਹਮ ਗਿਆਨੀ ਦਾ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਸਦਾ ਹੀ ਜਾਗਦਾ ਰਹਿੰਦਾ ਹੈ। ਜਿਵੇਂ ਆਪਾਂ ਇਸ ਵੇਲੇ ਜਾਗ ਰਹੇ, ਇਹ ਨਹੀਂ। ਜਾਗਣ ਤੋਂ ਭਾਵ ਹੈ ਹਮੇਸ਼ਾ ਸੁਚੇਤ ਰਹਿਣਾ ਕਿ ਹੇ ਇਨਸਾਨ, ਤੈਨੂੰ ਇਹ ਜਿਹੜਾ ਮਨੁੱਖਾ ਜੀਵਨ ਮਿਲਿਆ ਹੈ, ਇਹ ਕਾਹਦੇ ਲਈ ਮਿਲਿਆ? ਹਮੇਸ਼ਾ ਉਹਨਾਂ ਨੂੰ ਇਸ ਗੱਲ ਦਾ ਗਿਆਨ ਰਹਿੰਦਾ ਹੈ ਕਿ ਜਿਹੜਾ ਮਨੁੱਖਾ ਜੀਵਨ ਹੈ, ਇਹ ਤਾਂ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਹੋਇਆ ਹੈ। ਉਹ ਹਮੇਸ਼ਾ ਇਸ ਗੱਲ 'ਤੇ ਸੁਚੇਤ ਰਹਿੰਦੇ ਨੇ। ਫਿਰ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਪਰਮਾਤਮਾ ਦੀ ਪ੍ਰਾਪਤੀ ਪਰਮਾਤਮਾ ਦਾ ਨਾਮ ਜਪ ਕੇ ਹੁੰਦੀ ਹੈ। ਇਸ ਲਈ ਉੱਠਦੇ ਬੈਠਦੇ ਤੁਰਦੇ ਫਿਰਦੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ। ਇਹੀ ਜਾਗਣਾ। ਜਿੰਨਾ ਸਮਾਂ ਕੋਈ ਮਨੁੱਖ ਜਾਗਦਾ ਹੈ, ਜੇ ਉਹਨਾਂ ਸਮਾਂ ਭਜਨ ਬੰਦਗੀ ਕਰਦੇ ਰਹੇ, ਸੁੱਤਿਆਂ ਪਿਆ ਆਪੇ ਹੀ ਭਜਨ ਬੰਦਗੀ ਹੁੰਦੀ ਰਹਿੰਦੀ ਹੈ। ਅਗਰ ਤੁਸੀਂ ਬਹੁਤ ਸਮਾਂ ਭਜਨ ਬੰਦਗੀ ਕਰਦੇ ਹੋ ਤਾਂ ਜਦੋਂ ਤੁਸੀਂ ਰਾਤ ਨੂੰ ਪਾਸਾ ਪਲਟੋਗੇ ਨਾ, ਤੁਹਾਡੇ ਅੰਦਰ ਬਾਣੀ ਦੀ ਕੋਈ ਪੰਗਤੀ ਚੱਲ ਰਹੀ ਹੋਵੇਗੀ ਜਾਂ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੋਵੇਗਾ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਰਾਤ ਨੂੰ ਵੀ ਸਿਮਰਨ ਹੁੰਦਾ ਰਹਿੰਦਾ ਹੈ, ਜੇ ਅਸੀਂ ਦਿਨੇ ਕਈ ਘੰਟੇ ਸਿਮਰਨ ਕਰੀਏ। ਇਸ ਲਈ ਜਿਹੜਾ ਬ੍ਰਹਮ ਗਿਆਨੀ ਹੈ, ਉਹ ਤਾਂ ਸਦਾ ਹੀ ਜਾਗਦਾ, ਸਦਾ ਇਸ ਜੀਵਨ ਪ੍ਰਤੀ ਸੁਚੇਤ ਰਹਿੰਦਾ। ਉਹਨੂੰ ਏਮ ਆਫ ਲਾਈਫ ਬਾਰੇ ਪਤਾ ਹੁੰਦਾ ਕਿ ਮੇਰੀ ਜ਼ਿੰਦਗੀ ਦਾ ਉਦੇਸ਼ ਕੀ ਹੈ ਅਤੇ ਇਸ ਉਦੇਸ਼ ਦੀ ਮੈਂ ਪ੍ਰਾਪਤੀ ਕਰਨੀ ਹੈ। ਕਿਸੇ ਵੀ ਉਦੇਸ਼ ਦੀ ਪ੍ਰਾਪਤੀ ਲਈ ਸਭ ਕੁਛ ਲਾਉਣਾ ਪੈਂਦਾ, ਧਨ ਵੀ ਸਮਾਂ ਵੀ, ਸਭ ਕੁਛ ਲਾਉਣਾ, ਸਾਰਾ ਜ਼ੋਰ ਲਾਉਣਾ ਪੈਂਦਾ ਹੈ। ਫਰਕ ਤੁਸੀਂ 1 ਘੰਟਾ ਸਿਮਰਨ ਕੀਤਾ, ਆਪਣੇ ਮਨ ਨੂੰ ਕਹੋ ਵੀ ਤੂੰ ਇਹ 61 ਮਿੰਟ ਨਹੀਂ ਕਰ ਸਕਦਾ, ਤੂੰ 60 ਮਿੰਟ ਸਿਮਰਨ ਕੀਤਾ ਹੈ, ਕੀ ਤੂੰ 61 ਮਿੰਟ ਨਹੀਂ ਕਰ ਸਕਦਾ? ਅਤੇ ਸ਼ੰਕੇ 'ਚ ਨਹੀਂ ਪੈਣਾ, ਇਹ ਕਹਿਣਾ ਹਾਂ ਮੈਂ ਕਰ ਸਕਦਾ ਹਾਂ, ਅਤੇ ਅਗਲੇ ਦਿਨ 61 ਮਿੰਟ ਕਰੋ। ਜਦੋਂ 61 ਮਿੰਟ ਕਰ ਲਿਆ, ਫਿਰ ਮਨ ਨੂੰ ਕਹੇ ਤੂੰ 62 ਮਿੰਟ ਨਹੀਂ ਕਰ ਸਕਦਾ, ਅਤੇ ਆਪ ਹੀ ਕਹੋ ਮੈਂ ਕਰ ਸਕਦਾ ਹਾਂ, ਅਤੇ ਫਿਰ ਅਗਲੇ ਦਿਨ 62 ਮਿੰਟ ਕਰੋ। ਇੱਕ ਮਿੰਟ ਵਧਾਉਂਦਿਆਂ ਅਸੀਂ ਕਈ ਘੰਟਿਆਂ 'ਤੇ ਪਹੁੰਚ ਜਾਵਾਂਗੇ। ਇਹ ਔਖਾ ਵੀ ਨਹੀਂ ਲੱਗੇਗਾ। ਬੜੇ ਸਾਲਾਂ ਦੀ ਗੱਲ ਹੈ, ਲੁਧਿਆਣੇ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਪੇਂਡੂ ਖੇਡਾਂ ਹੁੰਦੀਆਂ। ਹਾਂ, ਰਾਏਪੁਰ, ਕਿਲ੍ਹਾ ਰਾਏਪੁਰ, ਉੱਥੇ ਪੇਂਡੂ ਖੇਡਾਂ ਹੁੰਦੀਆਂ। ਉੱਥੇ ਇੱਕ ਵਾਰੀ ਮੈਂ ਆਪਣੇ ਦੋਸਤ ਨਾਲ ਚਲਿਆ ਗਿਆ, ਫਾਈਨਲ ਮੈਚ ਸਨ ਚੱਲ ਰਹੇ। ਇੱਕ ਬੰਦੇ ਨੇ ਕੀ ਕੀਤਾ, ਮੱਝ ਨੂੰ ਆਪਣੇ ਮੋਢਿਆਂ 'ਤੇ ਚੱਕਤਾ, ਬੱਲੇ 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 ਹੋ ਗਈ, ਸਾਰੀਆਂ ਤਾੜੀਆਂ ਵੱਜਣੇ ਸ਼ੁਰੂ ਹੋ ਗਏ ਵੀ ਕਿੰਨੇ ਮਣ ਭਾਰੀ ਮੱਝ ਬੰਦੇ ਨੇ ਚੱਕਦੀ ਹੈ। ਬਾਅਦ 'ਚ ਫਿਰ ਪੱਤਰਕਾਰਾਂ ਨੇ ਉਹਦੀ ਸਪੀਕਰ ਦੇ ਉੱਤੇ ਇੰਟਰਵਿਊ ਲਈ ਕਿ ਤੁਸੀਂ ਐਡੀ ਭਾਰੀ ਮੱਝ ਕਿਵੇਂ ਚੱਕਦੀ। ਉੱਥੋਂ ਮੈਨੂੰ ਇੱਕ ਬੜੀ ਭਾਰੀ ਸਿੱਖਿਆ ਮਿਲੀ। ਉਹ ਕਹਿੰਦਾ ਵੀ ਇਹਦੀ ਮਾਂ ਜਦੋਂ ਸੂਈ ਸੀ ਇਸ ਮੱਝ ਦੀ, ਇਹ ਕੱਟੀ ਹੋਈ, ਮੈਂ ਪਹਿਲੇ ਦਿਨ ਇਸ ਨੂੰ ਮੋਢਿਆਂ 'ਤੇ ਚੱਕਿਆ, ਦੂਜੇ ਦਿਨ ਕਿਲੋ ਕਿਦਾ ਭਾਰ ਵੱਧ ਗਿਆ ਹੋਣਾ, ਦੂਜੇ ਦਿਨ ਮੈਂ ਫਿਰ ਮੋਢਿਆਂ 'ਤੇ ਚੱਕਿਆ, ਤੀਜੇ ਦਿਨ ਤਾਂ ਹੋਰ ਥੋੜ੍ਹਾ ਭਾਰ, ਫਿਰ ਮੋਢੇ 'ਤੇ ਚੱਕਿਆ। ਮੈਨੂੰ ਕਹਿੰਦੇ 3.5 ਸਾਲ ਹੋ ਗਏ ਇਸ ਨੂੰ ਚੱਕਦਿਆਂ ਹੋਇਆਂ, ਉਹ ਕਿਲੋ ਕਰਦਿਆਂ ਹੋਇਆਂ ਭਾਰ ਮੇਰਾ ਅਭਿਆਸ ਹੋ ਗਿਆ, ਮੇਰਾ ਸਰੀਰ ਵੀ ਆਦੀ ਹੋ ਗਿਆ ਵੀ ਜਿਵੇਂ ਕੱਲ੍ਹ ਚੱਕ ਸਕਦਾ ਤੈਨੂੰ ਅੱਜ ਵੀ ਚੱਕ ਸਕਦਾ। ਹੋ ਸਕਦਾ ਮੈਂ ਨਿਰਾ ਅੱਜ ਹੀ ਚੱਕਦਾ, ਫਿਰ ਨਹੀਂ ਸੀ ਮੈਂ ਚੱਕ ਸਕਣਾ। ਮੈਨੂੰ ਤਾਂ 3.5 ਸਾਲ ਹੋ ਗਏ, ਜਦੋਂ ਇਹ ਪੈਦਾ ਹੋਈ ਸੀ ਮੈਂ ਉਦੋਂ ਤੋਂ ਹੀ ਇਸ ਨੂੰ ਚੱਕਣਾ ਸ਼ੁਰੂ ਕਰਤਾ ਸੀ। ਇਹਨੂੰ ਵੀ ਪਤਾ ਲੱਗਿਆ ਮੇਰਾ ਮਾਲਕ ਹੁਣ ਚੱਕੇਗਾ, ਇਹ ਵੀ ਚੁਸਤ ਹੋ ਜਾਂਦੀ, ਐਕਟਿਵ ਹੋ ਜਾਂਦੀ ਸੀ। ਕਹੇ ਤੁਸੀਂ ਦੇਖਿਆ ਹੋਣਾ
ਸੁੱਤਾ ਬੱਚਾ ਹੈ, ਉਹਨੂੰ ਤੱਕੜੀ 'ਤੇ ਤੋਲੋ, ਮੰਨ ਲਓ 20 ਕਿਲੋ ਹੈ। ਜਾਗਦਾ ਹੈ, ਤੱਕੜੀ 'ਤੇ ਤੋਲੋ ਤਾਂ ਹੀ ਭਾਰ ਤੇ 20 ਕਿਲੋ ਹੀ ਹੈ। ਪਰ ਤੁਸੀਂ ਸੁੱਤੇ ਹੋਏ ਜਦੋਂ ਚੱਕੋਗੇ ਤਾਂ ਇਹਨੂੰ ਲੱਗੋਗੇ ਬਹੁਤ ਭਾਰ ਹੈ। ਜਾਗਦੇ ਬੱਚੇ ਨੂੰ ਚੱਕੋ ਤੁਹਾਨੂੰ ਹੌਲਾ ਲੱਗੂਗਾ, ਸੁੱਤੇ ਨੂੰ ਚੱਕੋ ਤੁਹਾਨੂੰ ਭਾਰਾ ਲੱਗੂਗਾ। ਮਾਵਾਂ ਨੂੰ ਤਾਂ ਪਤਾ ਹੀ ਹੈ ਕਿਉਂ। ਭਾਰ ਤੇ ਉਹ ਨਹੀਂ ਹੈ। ਚਾਹੇ ਤੱਕੜੀ ਤੋਲ ਕੇ ਵੇਖ ਲਓ ਸੁੱਤੇ ਨੂੰ, ਤੇ ਜਾਗਦੇ ਭਾਰ ਤੇ ਉਹ ਨਹੀਂ ਹੈ। ਜਦੋਂ ਜਾਗਦਾ ਹੁੰਦਾ ਬੱਚਾ, ਉਹ ਮਾਂ ਦੇ ਕੁੱਛੜ ਚੜ੍ਹਨਾ ਚਾਹੁੰਦਾ, ਉਹ ਐਕਟਿਵ ਹੁੰਦਾ, ਉਹ ਆਪ ਵੀ ਯਤਨ ਕਰ ਰਿਹਾ ਹੁੰਦਾ, ਇਸ ਲਈ ਉਹ ਸਾਨੂੰ ਹੌਲਾ ਲੱਗਦਾ। ਸੁੱਤਾ ਹੈ ਬੰਦਾ ਐ ਨੰਡਾਲਦਾ, ਕੁਛ ਆਪ ਯਤਨ ਨਹੀਂ ਕਰ ਰਿਹਾ, ਸਾਨੂੰ ਭਾਰਾ ਲੱਗਦਾ। ਇਹ ਮੱਝ ਵੀ ਕਹਿੰਦੇ ਜਿਹੜੇ 3.5 ਸਾਲ ਇਹਨੂੰ ਪਤਾ ਹੁਣ ਮੇਰਾ ਮਾਲਕ ਮੈਨੂੰ ਚੱਕੇਗਾ, ਇਹ ਐਕਟਿਵ ਹੋ ਜਾਂਦੀ ਸੀ ਅਤੇ ਮੈਨੂੰ ਇਹ ਲੱਗਦਾ ਸੀ ਤਾਂ ਭਾਰ ਕੱਟ ਗਿਆ ਅਤੇ ਮੈਨੂੰ ਚੁੱਕਦਾ ਰਿਹਾ। ਅਤੇ ਫਿਰ ਮੈਂ ਦੇਖਿਆ ਵੀ ਉਹ ਵੀ ਇਹਦਾ ਮਤਲਬ ਤੁਸੀਂ ਜੋ ਕੁਛ ਵੀ ਵਧਾਉਣਾ ਉਹਨੂੰ ਹੌਲੀ 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 ਵਧਾਉਣਾ, ਇੱਕਦਮ ਨਹੀਂ। ਮੰਨ ਲਓ ਕੋਈ ਬੰਦਾ 6 ਵਜੇ ਸਵੇਰੇ ਉੱਠਦਾ, ਉਹ ਕਿਤੇ ਸਤਸੰਗ 'ਚ ਗਿਆ, ਉੱਥੇ ਮਹਾਂਪੁਰਖਾਂ ਨੇ ਕਹਿਤਾ ਭਾਈ 4 ਵਜੇ ਉੱਠਣਾ ਚਾਹੀਦਾ। ਹੁਣ ਆਦੀ ਸੀ ਉਹ 6 ਵਜੇ ਉੱਠਣ ਦਾ, ਅਗਲੇ ਦਿਨ ਉਹ ਅਲਾਰਮ ਲਾ ਕੇ 4 ਵਜੇ ਉੱਠਿਆ, ਕੁਝ ਸਮੇਂ ਬਾਅਦ ਹੀ ਉਹਨੂੰ ਝੂਟੇ ਆਉਣੇ ਸ਼ੁਰੂ ਹੋ ਜਾਣਗੇ। ਕਿਉਂ? ਇੱਕਦਮ 2 ਘੰਟੇ ਐਡਵਾਂਸ ਉੱਠ ਪਿਆ ਹੈ। ਇਹਦਾ ਢੰਗ ਕੀ ਹੈ? ਮੰਨ ਲਓ ਤੁਸੀਂ 6 ਵਜੇ ਉੱਠਦੇ ਹੋ ਅਤੇ ਇੱਕ ਦਿਨ ਤੁਸੀਂ 4 ਵਜੇ ਉੱਠਣਾ ਹੈ, ਤਾਂ ਪਹਿਲਾਂ ਤੁਸੀਂ 5:45 ਵਜੇ ਉੱਠਣਾ ਸ਼ੁਰੂ ਕਰੋ। 1 ਮਹੀਨਾ 5:45 ਵਜੇ ਉੱਠੋ, ਤੁਹਾਨੂੰ 15 ਮਿੰਟ ਬਹੁਤਾ ਮਹਿਸੂਸ ਨਹੀਂ ਹੋਏਗਾ। ਫਿਰ 1 ਮਹੀਨਾ 5:30 ਵਜੇ ਉੱਠੋ, ਫਿਰ ਅਗਲੇ ਮਹੀਨੇ 5:15 ਵਜੇ, ਉਦੋਂ ਅਗਲੇ ਮਹੀਨੇ 5 ਵਜੇ, ਉਦੋਂ ਅਗਲੇ ਮਹੀਨੇ 4:45 ਵਜੇ, ਉਦੋਂ ਅਗਲੇ ਮਹੀਨੇ 4:30 ਵਜੇ, ਉਦੋਂ ਅਗਲੇ ਮਹੀਨੇ 4:15 ਵਜੇ, ਅਤੇ ਉਦੋਂ ਅਗਲੇ ਮਹੀਨੇ 4 ਵਜੇ ਤੁਸੀਂ ਉੱਠੋਗੇ। ਤੁਹਾਡੇ ਉੱਠਣਾ ਬਿਲਕੁਲ ਔਖਾ ਨਹੀਂ ਹੋਏਗਾ, ਕਿਉਂਕਿ ਤੁਸੀਂ ਥੋੜ੍ਹਾ ਥੋੜ੍ਹਾ ਕਰਕੇ ਵਧਾਉਂਦੇ ਗਏ। ਚਾਹੇ ਭਜਨ ਬੰਦਗੀ ਕਰਨੀ ਹੈ, ਥੋੜ੍ਹੀ ਥੋੜ੍ਹੀ ਕਰਕੇ ਵਧਾਉਂਦੇ ਜਾਓ। ਚਾਹੇ 5-5 ਮਿੰਟ ਕਰਕੇ ਵਧਾਓ, ਚਾਹੇ 1-1 ਮਿੰਟ ਕਰਕੇ ਵਧਾਓ। ਜੇ 1-1 ਮਿੰਟ ਕਰਕੇ ਵੀ ਵਧਾਉਂਦੇ ਗਏ ਨਾ, 1 ਸਾਲ 'ਚ ਪਤਾ ਕਿੰਨੇ ਵਜੇ? 365 ਮਿੰਟ। ਅਤੇ 365 ਨੂੰ 60 ਦੇ ਡਿਵਾਈਡ ਕਰ ਲਓ, ਘੱਟ ਤੋਂ ਘੱਟ 6 ਘੰਟੇ। 6 36 360 6 ਘੰਟੇ। 1 ਸਾਲ ਦੇ ਵਿੱਚ ਤੁਹਾਡੀ ਭਜਨ ਬੰਦਗੀ 6 ਘੰਟੇ ਵੱਧ ਸਕਦੀ ਹੈ ਅਤੇ ਤੁਹਾਨੂੰ ਮਹਿਸੂਸ ਵੀ ਨਹੀਂ ਹੋਵੇਗੀ। ਇਸ ਲਈ ਉਹ ਤਾਂ ਹੈ, ਉਹ ਜਾਗਦੇ ਨੇ, ਉਹ ਸੁਚੇਤ ਰਹਿੰਦੇ ਨੇ। ਹੁਣ ਇਸ ਤਰ੍ਹਾਂ ਦਾ ਅਭਿਆਸ ਕੀਤਾ, ਉਹ ਘੰਟਿਆਂ ਬੱਧੀ ਭਜਨ ਬੰਦਗੀ ਕਰਦੇ ਰਹਿੰਦੇ ਹਨ। ਮੈਂ ਮਹਿੰਦਰਗੜ੍ਹ ਜ਼ਿਲ੍ਹੇ 'ਚ ਲੱਗਾ ਸੀ, ਗਰਮੀਆਂ ਛੁੱਟੀਆਂ ਹੋ ਗਈਆਂ। ਸਾਡਾ ਜਿਹੜਾ ਪ੍ਰਿੰਸੀਪਲ ਸੀ, ਉਹਨਾਂ ਦਾ ਮੁੰਡਾ 5ਵੀਂ 'ਚ ਪੜ੍ਹਦਾ ਸੀ। ਉਹ ਪੜ੍ਹਦਾ ਸੀ ਦਿੱਲੀ ਅੰਗਰੇਜ਼ੀ ਸਕੂਲ 'ਚ, ਮੈਂ ਪੜ੍ਹਿਆ ਸੀ ਸਰਕਾਰੀ ਸਕੂਲ 'ਚ। ਉਹ ਮੈਨੂੰ ਕਹਿੰਦਾ ਵੀ ਤੁਸੀਂ ਨਾ ਇਹਨੂੰ ਟਿਊਸ਼ਨ ਪੜ੍ਹਾ ਦਿਆ ਕਰੋ। ਮੈਂ ਸੋਚਿਆ 5ਵੀਂ ਦਾ, ਕਹਿੰਦੇ ਇਹਨੂੰ ਇੰਗਲਿਸ਼ ਪੜ੍ਹਾ ਦਿਆ ਕਰੋ। ਮੈਂ ਵੀ ਪੜ੍ਹਾ ਦਿਆ ਕਰਾਂਗਾ। ਜਦੋਂ ਉਹਦੀ ਮੈਂ ਇੰਗਲਿਸ਼ ਦੀ ਕਿਤਾਬ ਵੇਖੀ, ਉਹ ਤਾਂ ਮੈਟ੍ਰਿਕ ਦੇ ਸਟੈਂਡਰਡ ਦੀ। ਬੱਚਾ 5ਵੀਂ 'ਚ ਪੜ੍ਹਦਾ ਹੈ, ਪੰਜਾਬ ਦੀ ਕਿਤਾਬ ਦੀ 10ਵੀਂ ਦੇ ਬਰਾਬਰ ਦੀ ਕਿਤਾਬ ਸੀ। ਪਰ ਚਲੋ ਮੈਂ ਪੜ੍ਹਾਉਣੀ ਸ਼ੁਰੂ ਕਰਤੀ। ਉਹ 'ਚ ਇੱਕ ਬੜੀ ਵਧੀਆ ਗੱਲ ਆਈ। ਇੱਕ ਦੋਸਤ ਦਿੱਲੀ ਰਹਿੰਦਾ ਸੀ, ਦੂਜਾ ਦੋਸਤ ਜਲੰਧਰ ਰਹਿੰਦਾ ਸੀ। ਜਲੰਧਰ ਵਾਲਾ ਦੋਸਤ ਕਹਿੰਦਾ ਵੀ ਮੈਂ ਨਾ ਦਿੱਲੀ ਜਿਹੜਾ ਸਪੋਰਟਸ ਸਕੂਲ ਜਿਹੜਾ ਹੈ, ਉੱਥੇ ਆਪਣੇ ਬੱਚੇ ਨੂੰ ਦਾਖਲ ਕਰਾਉਣਾ, ਅਤੇ ਉਹਨਾਂ ਦੀ ਸ਼ਰਤ ਹੈ ਵੀ ਇਹ ਪਹਿਲੇ ਦਿਨ 14 ਫੁੱਟ ਦੀ ਉਚਾਈ ਤੋਂ ਸਾਨੂੰ ਛਾਲ ਮਾਰ ਕੇ ਵਿਖਾਵੇ। ਜੇ ਇਹਨੇ ਛਾਲ ਮਾਰਤੀ ਅਸੀਂ ਇਹਨੂੰ ਦਾਖਲ ਕਰ ਦਾਂਗੇ। ਵੀ ਬੱਚਾ ਪਹਿਲੇ ਦਿਨ ਕਿਵੇਂ 14 ਫੁੱਟ ਤੋਂ ਛਾਲ ਮਾਰ ਦੇਗਾ? ਉਹਦਾ ਦਿੱਲੀ ਵਾਲਾ ਦੋਸਤ ਕਹਿੰਦਾ ਤੂੰ 15 ਦਿਨ ਪਹਿਲਾਂ ਆਪਣਾ ਬੱਚਾ ਇੱਥੇ ਮੇਰੇ ਕੋਲ ਛੱਡ ਜਾਈ, ਮੈਂ ਆਪੇ ਸਭ ਕੁਛ ਕਰ ਦਾਂਗਾ। ਉਹ ਛੱਡ ਆਇਆ। ਉਹਦਾ ਕੁਦਰਤੀ ਵਿਹੜਾ ਕੱਚਾ ਸੀ, ਉਹਨੇ ਕਹੀ ਨਾਲ ਚੰਗੀ ਤਰ੍ਹਾਂ ਪੁੱਟ ਕੇ ਨਾ ਪੋਲਾ ਕਰ ਲਿਆ ਬਿਲਕੁਲ।
14 ਡੰਡਿਆਂ ਵਾਲੀ ਪੌੜੀ ਲਾਤੀ ਕੰਧ ਦੇ ਨਾਲ। ਬੱਚੇ ਨੂੰ ਪਹਿਲੇ ਦਿਨ ਕਹਿੰਦਾ ਪਹਿਲੇ ਡੰਡੇ ਤੋਂ ਛਾਲ ਮਾਰ। 10-12 ਛਾਲਾਂ ਮਰਾਈਆਂ, ਬੱਚੇ ਨੂੰ ਫੁਟਕ ਤੋਂ ਛਾਲ ਮਾਰਤੇ। ਅਗਲੇ ਦਿਨ ਉਹਨੂੰ 10 ਦੂਜੇ ਡੰਡੇ ਤੋਂ ਛਾਲਾਂ ਮਰਵਾਈਆਂ, 10-15। ਤੀਜੇ ਦਿਨ ਤੀਜੇ ਡੰਡੇ ਤੋਂ, ਚੌਥੇ ਦਿਨ ਚੌਥੇ ਤੋਂ, ਐਂ ਕਰਦੇ 14ਵੇਂ ਦਿਨ 14ਵੇਂ ਡੰਡੇ ਤੋਂ ਛਾਲ ਮਰਵਾਤੀ। ਅਤੇ ਕਦੇ ਕਾਕਾ ਕੱਲ੍ਹ ਨੂੰ ਬਸ ਇੰਨੇ ਹੀ ਤੁਸੀਂ ਚਾਹੀਦੀ ਛਾਲ, ਕਦੇ ਅੰਕਲ ਜੀ ਮਾਰ ਦਾਂਗੇ ਛਾਲ। ਅਤੇ ਅਗਲੇ ਜਦੋਂ ਟੈਸਟ ਹੋਇਆ ਉਹਨੇ 14 ਫੁੱਟ ਦੀ ਉਚਾਈ ਤੋਂ ਛਾਲ ਮਾਰਤੀ, ਦਾਖਲਾ ਮਿਲ ਗਿਆ। ਕਿਉਂ? ਥੋੜ੍ਹਾ ਥੋੜ੍ਹਾ ਕਰਕੇ ਵਧਾਉਂਦੇ ਗਏ। ਇਸ ਲਈ ਭਜਨ ਬੰਦਗੀ ਨੂੰ ਬਜਾਏ ਇੱਕਦਮ ਜ਼ਿਆਦਾ ਵਧਾਉਣ ਦੇ, ਥੋੜ੍ਹੀ 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 ਕਰਕੇ ਵਧਾਉਂਦੇ ਜਾਓ, ਵਧਾਉਂਦੇ ਜਾਓ, ਵਧਾਉਂਦੇ ਜਾਓ, ਅਤੇ ਕਾਮਯਾਬੀ ਮਿਲ ਜਾਏਗੀ। ਜਿਹੜੇ ਬ੍ਰਹਮ ਗਿਆਨੀ ਬਣ ਗਏ, ਸੰਤ ਮਹਾਤਮਾ ਬਣ ਗਏ, ਭਗਤ ਬਣ ਗਏ, ਸਾਧੂ ਬਣ ਗਏ, ਉਹ ਇਸ ਤਰ੍ਹਾਂ ਕਰਦੇ ਰਹੇ, ਲੱਗੇ ਰਹੇ, ਲੱਗੇ ਰਹੇ, ਲੱਗੇ ਰਹੇ, ਅਭਿਆਸ ਕਰਦੇ ਰਹੇ, ਕਰਦੇ ਰਹੇ, ਕਰਦੇ ਰਹੇ, ਅਖੀਰ ਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਗਏ। ਉਹ ਲਗਾਤਾਰ ਲੱਗੇ ਰਹਿੰਦੇ ਨੇ। ਅਸੀਂ ਟੁੱਟਵੇਂ ਲੱਗਦੇ ਹਾਂ। ਕਦੇ ਭਜਨ ਬੰਦਗੀ ਕਰ ਲਈ, ਕਦੇ ਨਾ ਕਰ ਲਈ, ਕਦੇ ਵੱਧ ਕਰ ਲਈ, ਕਦੇ ਥੋੜ੍ਹੀ ਕਰ ਲਈ, ਕਦੇ 4 ਵਜੇ ਉੱਠ ਪਏ, ਕਦੇ 5 ਵਜੇ ਉੱਠੇ, ਕਦੇ 6 ਵਜੇ ਉੱਠੇ, ਕਦੇ ਕਿਤੇ ਬਹਿ ਗਏ, ਕਦੇ ਕਿਤੇ ਬਹਿ ਗਏ। ਨਹੀਂ ਗੱਲ ਬਣਦੀ। ਇੱਕੋ ਹੀ ਸਮੇਂ 'ਤੇ ਉੱਠਣਾ, ਕੋਈ ਸਮਾਂ ਉੱਠਣਾ ਚਾਹੀਦਾ। ਇੱਕੋ ਹੀ ਥਾਂ 'ਤੇ ਰੋਜ਼ ਬਹਿਣਾ ਚਾਹੀਦਾ ਹੈ। ਤੁਸੀਂ ਕਹੋਗੇ ਇੱਕੋ ਥਾਂ 'ਤੇ ਬਹਿਣ ਨਾਲ ਕੀ ਹੁੰਦਾ? ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਭਜਨ ਬੰਦਗੀ, ਇਹ ਤਾਂ ਮਿੱਟੀ 'ਤੇ ਅਤੇ ਪਾਣੀ 'ਤੇ ਛੇਤੀ ਅਸਰ ਕਰਦੀ ਹੈ। ਪੁਰਾਤਨ ਸਾਧੂ ਸਾਰੇ ਹੀ ਧਰਤੀ 'ਤੇ ਬੈਠ ਕੇ ਭਜਨ ਬੰਦਗੀ ਕਰਦੇ ਸਨ। ਬਸ ਉਹ ਆਸਣ ਜਿਹਾ ਲਾ ਲੈਂਦੇ, ਧਰਤੀ 'ਤੇ ਬੈਠ ਕੇ ਚੌਂਕੜੀ ਮਾਰ ਕੇ ਕਰਦੇ। ਜਿੱਥੇ ਬੈਠਦੇ ਸਨ ਧਰਤੀ ਚਾਰਜ ਹੋ ਜਾਂਦੀ ਸੀ। ਆਲਾ ਦੁਆਲਾ ਜਿਹੜਾ ਹੈ ਕੁਝ ਫੁੱਟਾਂ ਤੱਕ ਉਹ ਥਾਂ ਚਾਰਜ ਹੋ ਜਾਇਆ ਕਰਦੇ ਸੀ। ਜਿਉਂ ਹੀ ਬੰਦਾ ਉਸ ਥਾਂ 'ਤੇ ਪਹੁੰਚਦਾ ਸੀ, ਉੱਥੇ ਸਿਮਰਨ ਦੀਆਂ ਲਹਿਰਾਂ ਪਹਿਲਾਂ ਹੀ ਹੁੰਦੀਆਂ ਸੀ। ਬਸ ਬੈਠਦੇ ਸਾਰੀ ਉਹਦੇ ਜਿਹੜਾ ਹੈ ਸਿਮਰਨ ਚਾਲੂ ਹੋ ਜਾਂਦਾ। ਇਸ ਲਈ ਉਹ ਫਿਰ ਲਗਾਤਾਰ ਲੱਗੇ ਰਹਿੰਦੇ ਸੀ। ਹਰ ਰੋਜ਼ ਠੀਕ ਸਮੇਂ 'ਤੇ ਭਜਨ ਬੰਦਗੀ ਸ਼ੁਰੂ ਕਰਨੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਆਪਣੀ ਉਹ ਮੰਜ਼ਿਲ 'ਤੇ ਪਹੁੰਚ ਜਾਂਦੇ ਸਨ। ਸਿਆਣੇ ਕਹਿੰਦੇ ਨੇ ਜਿਹੜਾ ਲੱਗ ਗਿਆ ਨਾ ਉਹ ਪ੍ਰਾਪਤ ਕਰ ਲਏਗਾ। ਜਿਹੜਾ ਤੁਰ ਪਿਆ ਅਤੇ ਤੁਰੇ ਹੀ ਜਾ ਰਿਹਾ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਏਗਾ। ਚਾਹੇ ਕੀੜੀ ਦੀ ਚਾਲ ਨਾਲ ਤੁਸੀਂ ਤੁਰੇ ਜਾਓ। ਖਰਗੋਸ਼ ਅਤੇ ਕੱਛੂ ਘੁੰਮੇ ਦੀ ਸ਼ਰਤ ਲੱਗ ਗਈ। ਉਹ ਰੋਜ਼ ਖਰਗੋਸ਼ ਮਖੌਲ ਕਰੇਗਾ, ਕੱਛੂ ਘੁੰਮੇ ਇਹ ਢਿਚਕੂ ਕਰਕੇ ਤੁਰਦਾ ਹੈ। ਉਹ ਵੀ ਇੱਕ ਦਿਨ ਖਿਝ ਗਿਆ, ਕਹਿੰਦੇ ਯਾਰ ਕੀ ਤੂੰ ਮਖੌਲ ਬਣਾ ਰੱਖਿਆ, ਤੈਨੂੰ ਬਹੁਤੀ ਗੱਲ, ਮੈਨੂੰ ਭੱਜ ਲੈ। ਖਰਗੋਸ਼ ਕਹਿੰਦਾ ਚਲੋ ਚੱਲ। ਕਹਿੰਦਾ ਚਲੋ ਚੱਲ ਦੀ ਕਿਹੜੀ ਗੱਲ, ਭੱਜ ਲੈ। ਉਹਨੂੰ 1 ਮੀਲ ਦੂਰ ਰੱਖ ਲਵੇ। ਉਹ ਜਿਹੜਾ ਦਰਖਤ ਹੈ ਉੱਥੇ ਜਿਹੜਾ ਪਹਿਲਾਂ ਪਹੁੰਚ ਜਾਏਗਾ ਉਹ ਜਿੱਤਿਆ, ਬਾਕੀ ਹਾਰ ਗਿਆ। ਕਿ ਠੀਕ ਹੈ ਬਈ। ਇੱਕੋ ਥਾਂ ਤੋਂ ਦੋਨੋਂ ਚੱਲ ਪਏ ਨੇ। ਖਰਗੋਸ਼ ਮਾਰਿਆ ਛਾਲਾਂ, ਕੱਛੂ ਕੰਮਾ ਕਿਤੇ ਪਿੱਛੇ ਰਹਿ ਗਿਆ। ਖਰਗੋਸ਼ ਨੇ ਸੋਚਿਆ ਪਤਾ ਨਹੀਂ ਕਦੋਂ ਆਉਣਾ, ਆਹ ਟਾਹਲੀ ਦੀ ਛਾਂ ਹੀ ਹੈ, ਆਰਾਮ ਹੀ ਕਰ ਲੈਣਾ, ਆਪਾਂ ਮਿੰਟ 2 ਲਾਣੇ ਕਿ। ਉਹ ਐਸੀ ਛਾਂ 'ਚ ਸੁੱਤਾ, ਜਿਹੜਾ ਕੱਛੂ ਕੰਮਾ ਕੋਲ ਚੁੱਪ ਕਰਕੇ ਲੰਘ ਗਿਆ। ਖਰਗੋਸ਼ ਸੁੱਤੇ ਹੀ ਰਹਿ ਗਿਆ ਅਤੇ ਕੱਛੂ ਕੰਮਾ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ। ਜਦੋਂ ਖਰਗੋਸ਼ ਨੂੰ ਆਈ ਜਾਗ, ਭੱਜਿਆ ਅਤੇ ਸ਼ਰਮਿੰਦਾ ਹੋ ਗਿਆ। ਕੱਛੂ ਕੰਮਾ 'ਤੇ ਪਹਿਲਾਂ ਬੈਠਾ। ਕਿਉਂ? ਕੱਛੂ ਕੰਮਾ ਲਗਾਤਾਰ ਲੱਗਾ ਰਿਹਾ ਅਤੇ ਖਰਗੋਸ਼ ਲਗਾਤਾਰ ਨਾ ਭੱਜਣ ਕਰਕੇ ਹਾਰ ਗਿਆ। ਕਿਸੇ ਵੀ ਕੰਮ ਨੂੰ ਤੁਸੀਂ ਕਰੋ, ਲਗਾਤਾਰ ਕਰੋ। ਭਜਨ ਬੰਦਗੀ ਵੀ ਲਗਾਤਾਰ ਕਰੋ, ਹਰ ਰੋਜ਼ ਕਰੋ। ਇਹ ਨਹੀਂ ਕਿ ਕਿਸੇ ਦਿਨ ਕਰ ਲਈ ਅਤੇ ਕਿਸੇ ਦਿਨ ਨਾ ਕੀਤੀ, ਕਿਸੇ ਥੋੜ੍ਹੀ ਕੀਤੀ, ਬਹੁਤੀ ਕੀਤੀ। ਇਸ ਤਰ੍ਹਾਂ ਨਹੀਂ ਚੱਲੇਗਾ। ਇਹ ਐਵੇਂ ਨਹੀਂ ਕਹਾਣੀਆਂ, ਬਹੁਤ ਵੱਡੀ ਸਿੱਖਿਆ ਦੇ ਕੇ ਜਾਂਦੀ ਸਾਨੂੰ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਹਮੇਸ਼ਾ ਸੁਚੇਤ ਰਹਿੰਦਾ ਹੈ ਆਪਣੇ ਉਦੇਸ਼ ਪ੍ਰਤੀ ਕਿ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਅਤੇ ਪਰਮਾਤਮਾ ਦੀ ਪ੍ਰਾਪਤੀ ਦਿਨ ਰਾਤ ਭਜਨ ਬੰਦਗੀ ਕਰਕੇ ਹੁੰਦੀ। ਇਸ ਲਈ ਉਹ ਲੱਗੇ ਹੀ ਰਹਿੰਦੇ, ਉਹ ਲੱਗੇ ਰਹਿੰਦੇ।
ਜਿਵੇਂ ਦਰਿਆ ਪਹਾੜ 'ਚੋਂ ਨਿਕਲਿਆ ਹੈ, ਉਹ ਲਗਾਤਾਰ ਚੱਲਦਾ ਜਾਂਦਾ ਚੱਲਦਾ ਜਾਂਦਾ ਚੱਲਦਾ ਜਾਂਦਾ ਚੱਲਦਾ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਸਮੁੰਦਰ 'ਚ ਜਾ ਰਲਦਾ ਹੈ। ਪਰਮਾਤਮਾ ਸਮੁੰਦਰ ਦੀ ਨਿਆਈ ਹੈ, ਅਸੀਂ ਦਰਿਆ ਦੀ ਨਿਆਈ ਹਾਂ। ਅਤੇ ਜਿਵੇਂ ਦਰਿਆ ਦਾ ਪਾਣੀ ਲਗਾਤਾਰ ਚੱਲੀ ਜਾਂਦਾ ਅਤੇ ਮੰਜ਼ਿਲ 'ਤੇ ਪਹੁੰਚ ਜਾਂਦਾ, ਐਂ ਅਸੀਂ ਵੀ ਲਗਾਤਾਰ ਲੱਗੇ ਰਹਿਣਾ ਅਤੇ ਅਖੀਰ ਨੂੰ ਮੰਜ਼ਿਲ 'ਤੇ ਪਹੁੰਚ ਜਾਣਾ। ਬ੍ਰਹਮ ਗਿਆਨੀ ਅਹਿਮ ਬੁੱਧ ਤਿਆਗਤ। ਖਿਆਲ ਰੱਖਾਂ ਇਸ ਸ਼ਬਦ ਦਾ, ਬਹੁਤੀ ਵਾਰੀ ਇਹਨੂੰ ਪੜ੍ਹਿਆ ਜਾਂਦਾ ਅਹੰਗ ਬੁੱਧ ਤਿਆਗਤ। ਇਹ ਅਹੰਗ ਬੁੱਧ ਨਹੀਂ, ਇਹ ਹੈ ਸੰਸਕ੍ਰਿਤ ਦਾ ਸ਼ਬਦ। ਸੰਸਕ੍ਰਿਤ ਦੇ ਵਿੱਚ ਇਹਦੇ ਸਪੈਲਿੰਗ ਨੇ ਆੜਾ, ਹਾਹਾ, ਅੱਧਾ, ਮੰਮਾ। ਹਾਹੇ ਤੋਂ ਜਿਹੜਾ ਪਹਿਲਾ ਅੱਖਰ ਜੇ ਮੁਕਤਾ ਆਵੇ ਉਹਨੂੰ ਬੋਲਦੀਆਂ ਦਲਾਵਾਂ, ਤਾਂ ਇਹਨੂੰ ਬੋਲਿਆ ਜਾਏਗਾ ਅਹਿਮ। ਆੜੇ ਦਲਾਵਾਂ, ਹਾਹਾ, ਅੱਧਾ, ਮੰਮਾ, ਅਹਿਮ। ਅਹਿਮ ਹੰਕਾਰ ਨੂੰ ਕਹਿੰਦੇ ਨੇ, ਬੁੱਧ ਹੁੰਦੀ ਹੈ ਮਤ। ਅਹਿਮ ਬੁੱਧ, ਹੰਕਾਰੀ ਮਤ। ਇਹਨੂੰ ਅਹੰਗ ਬੁੱਧ ਨਹੀਂ ਪੜ੍ਹਨਾ, ਇਹ ਅਹੰਗ ਬੁੱਧ ਨਹੀਂ ਹੈਗਾ, ਇਹ ਅਹਿਮ ਬੁੱਧ। ਬ੍ਰਹਮ ਗਿਆਨੀ ਅਹਿਮ ਬੁੱਧ ਤਿਆਗਤ। ਬ੍ਰਹਮ ਗਿਆਨੀ ਹੰਕਾਰੀ ਮਤ ਨੂੰ ਛੱਡ ਦਿੰਦਾ, ਤਿਆਗ ਦਿੰਦਾ ਹੈ। ਉਹ 'ਚ ਹੰਕਾਰ ਨਹੀਂ ਹੁੰਦਾ। ਉਹ ਭਾਵੇਂ ਕਿਸੇ ਮੰਜ਼ਿਲ 'ਤੇ ਵੀ ਕਿਉਂ ਨਾ ਪਹੁੰਚ ਜਾਏ, ਹੰਕਾਰ ਨਹੀਂ ਕਰਦਾ। ਉਹ ਕਹਿੰਦਾ ਮੈਨੂੰ ਜੋ ਕੁਛ ਪ੍ਰਾਪਤ ਹੋ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ। ਉਹ ਇਹ ਕਹਿੰਦੇ ਨਹੀਂ ਮੈਂ ਦਿਨ ਰਾਤ ਲੱਗਾ ਰਿਹਾ ਤਾਂ ਮੈਨੂੰ ਪ੍ਰਾਪਤੀ ਹੋਈ ਹੈ, ਨਹੀਂ। ਕਿਉਂਕਿ ਗੁਰਬਾਣੀ ਦੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਬੜਿਆਂ ਨੇ ਯਤਨ ਕੀਤੇ ਪਰ ਕਾਮਯਾਬੀ ਉਸੇ ਨੂੰ ਮਿਲੀ ਜਿਸ ਨੂੰ ਕਰਤਾ ਨੇ ਦਿਲਾਈ। ਇਸ ਲਈ ਉਹ ਹੰਕਾਰ ਕਰਦਾ ਹੀ ਨਹੀਂ ਹੈਗਾ, ਇਸ ਲਈ ਤਿਆਗ ਕਰ ਦਿੰਦਾ ਹੈ। ਅਹਿਮ ਬੁੱਧ ਤਿਆਗਤ। ਬੋਲੋ ਅਹਿਮ ਬੁੱਧ, ਅਹਿਮ ਬੁੱਧ, ਅਹਿਮ ਬੁੱਧ, ਅਹਿਮ ਬੁੱਧ। ਬ੍ਰਹਮ ਗਿਆਨੀ ਅਹਿਮ ਬੁੱਧ ਤਿਆਗਤ। ਬ੍ਰਹਮ ਗਿਆਨੀ ਹੰਕਾਰੀ ਮਤ ਤਿਆਗ ਦਿੰਦਾ ਹੈ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਮਨ ਨੰਨੇ ਨੂੰ ਸਿਆਰੀ ਲੱਗੇ ਮਨ ਵਿੱਚ। ਬ੍ਰਹਮ ਗਿਆਨੀ ਦੇ ਮਨ 'ਚ ਪਰਮਾਤਮਾ ਵਸਦਾ। ਪਰਮਾਤਮਾ ਪਰਮਾਨੰਦ ਕਹਿੰਦੇ ਨੇ, ਕਿਉਂਕਿ ਪਰਮਾਨੰਦ ਹੈ। ਜੋ ਕਿਸੇ ਕੋਲੇ ਹੁੰਦਾ ਉਹੀ ਦੂਜੇ ਨੂੰ ਦੇ ਸਕਦਾ। ਉਹ ਮੇਰੇ ਕੋਲੇ ਜੋ ਹੈ ਮੈਂ ਉਹੀ ਦੂਜੇ ਨੂੰ ਦੇ ਸਕਦਾ, ਜੋ ਮੇਰੇ ਕੋਲੇ ਹੈ ਹੀ ਨਹੀਂ ਉਹ ਮੈਂ ਕਿਵੇਂ ਕਿਸੇ ਨੂੰ ਦੇ ਸਕਦਾ। ਪਰਮਾਤਮਾ ਕੋਲੇ ਆਨੰਦ ਹੀ ਆਨੰਦ ਹੈ, ਇਸ ਲਈ ਜਿਹੜਾ ਉਹਦੀ ਭਜਨ ਬੰਦਗੀ ਕਰੀ ਜਾਂਦਾ ਉਹਨੂੰ ਵੀ ਆਨੰਦ ਮਿਲਣਾ ਸ਼ੁਰੂ ਹੋ ਜਾਂਦਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਦੇ ਫਿਰ ਕਿਉਂਕਿ ਹੈ ਹੀ ਪਰਮਾਨੰਦ। ਪਰਮਾਨੰਦ ਦੋ ਸ਼ਬਦਾਂ ਤੋਂ ਬਣਿਆ, ਪਰਮ ਪਲੱਸ ਆਨੰਦ। ਇਕੱਠਾ ਜੋੜਿਆ ਜਦੋਂ ਵਿੱਚੋਂ ਆੜਾ ਖਤਮ ਹੋ ਜਾਂਦਾ ਹੈ, ਆਨੰਦ ਦਾ ਆੜਾ ਖਤਮ ਹੋ ਗਿਆ, ਉਹਦੀ ਥਾਂ 'ਤੇ ਕੰਨਾ ਬਣ ਗਿਆ ਪਰਮਾਨੰਦ, ਪਰਮਾਤਮਾ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀ ਦੇ ਮਨ 'ਚ ਪਰਮਾਤਮਾ ਵਸਦਾ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਘਰ ਭਾਵ ਹਿਰਦੇ ਵਿੱਚ, ਮਨ ਵਿੱਚ, ਕਿਉਂਕਿ ਉਹਦੇ ਅੰਦਰ ਪਰਮਾਨੰਦ ਵਸਦਾ ਹੈ, ਇਸ ਲਈ ਉਹਦੇ ਹਿਰਦੇ ਸਦਾ ਹੀ ਆਨੰਦ ਹੈ। ਜਦੋਂ ਆਨੰਦ ਦੇਣ ਵਾਲਾ ਹੀ ਹਿਰਦੇ 'ਚ ਵਸ ਗਿਆ ਤਾਂ ਫਿਰ ਆਨੰਦ ਤਾਂ ਆਏਗਾ ਹੀ ਆਏਗਾ। ਹੁਣ ਦੁਸ਼ਮਣ ਹਿਰਦੇ 'ਚ ਵਸ ਜੇ, ਮਨ ਦੁਖੀ ਹੋ ਹੀ ਜਾਏਗਾ, ਹੋ ਹੀ ਜਾਏਗਾ। ਪਿਆਰਾ ਹਿਰਦੇ 'ਚ ਵਸ ਜੇ, ਸੁੱਖ ਮਿਲੇਗਾ, ਆਨੰਦ ਮਿਲੇਗਾ। ਇਸ ਲਈ ਪਰਮਾਤਮਾ ਉਹ ਤਾਂ ਹੈ ਹੀ ਪਰਮਾਨੰਦ। ਜਦੋਂ ਉਹ ਹਿਰਦੇ 'ਚ ਵਸਦਾ ਨਾ ਸਦਾ ਹੀ ਆਨੰਦ। ਇਸ ਲਈ ਬ੍ਰਹਮ ਗਿਆਨੀ ਸਦਾ ਹੀ ਆਨੰਦ ਜਾਂਦਾ ਹੈ, ਕਿਉਂਕਿ ਉਹਦੇ ਹਿਰਦੇ 'ਚ ਪਰਮਾਤਮਾ ਵਸ ਗਿਆ ਹੁੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਜਿਹੜਾ ਬ੍ਰਹਮ ਗਿਆਨੀ ਹੈ ਉਹਦਾ ਨਿਵਾਸ ਉਹ ਸੁੱਖ ਅਤੇ ਸਹਿਜ ਹੈ। ਉਹ ਜਿਹੜਾ ਹੈ ਸੁੱਖ 'ਚ ਰਹਿੰਦਾ ਹੈ, ਸਹਿਜ ਅਵਸਥਾ 'ਚ ਰਹਿੰਦਾ ਹੈ। ਸਹਿਜ ਅਵਸਥਾ ਮਾਇਆ ਦੀ ਤਿੰਨ ਅਵਸਥਾਵਾਂ ਗਿਣੀਆਂ ਗਈਆਂ ਨੇ, ਤਮੋ, ਰਜੋ, ਸਤੋ। ਇਹ ਮਾਇਆ ਦੇ ਤਿੰਨ ਗੁਣ ਗਿਣੇ ਗਏ ਨੇ।
ਇਹਨਾਂ ਤਿੰਨਾਂ ਅਵਸਥਾ ਤੋਂ ਜਿਹੜੀ ਉੱਪਰਲੀ ਅਵਸਥਾ ਹੈ ਉਹਨੂੰ ਕਹਿੰਦੇ ਨੇ ਸਹਿਜ ਅਵਸਥਾ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ ਦੀ ਅਵਸਥਾ, ਉਹਨੂੰ ਕਹਿੰਦੇ ਨੇ ਤੁਰੀਆ ਅਵਸਥਾ, ਹਿੰਦੀ ਵਾਲੇ ਕਹਿੰਦੇ ਉਨਮਨੀ ਅਵਸਥਾ, ਸਿੱਖ ਧਰਮ 'ਚ ਕਹਿੰਦੇ ਨੇ ਚੌਥਾ ਪਦ। ਉਹ ਤਾਂ ਸਦਾ ਇਸ ਅਵਸਥਾ 'ਚ ਰਹਿੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਸਹਿਜ ਹੀ ਸੁਖ 'ਚ ਨਿਵਾਸ ਹੋ ਜਾਂਦਾ ਬ੍ਰਹਮ ਗਿਆਨੀ ਦਾ। ਉਹ ਸੁਖ ਜਿਹੜਾ ਸਦਾ ਰਹਿਣ ਵਾਲਾ, ਕਿਉਂਕਿ ਸਹਿਜ ਅਵਸਥਾ ਸਦਾ ਰਹਿਣ ਵਾਲੀ ਹੁੰਦੀ ਹੈ। ਤੁਸੀਂ ਦੇਖਿਆ ਹੋਣਾ ਕਦੇ ਇੱਲ ਨੂੰ ਆਕਾਸ਼ ਵਿੱਚ ਉੱਡਦਿਆਂ ਹੋਏ, ਜਦੋਂ ਨੀਵੀਂ ਹੁੰਦੀ ਹੈ ਖੰਭ ਹਿਲਾਉਂਦੀ ਹੈ, ਜਦੋਂ ਬਹੁਤ ਉਚਾਈ 'ਤੇ ਚਲੀ ਜਾਂਦੀ ਮੈਂ ਦੇਖਿਆ ਖੰਭ ਖਿਲਾ ਰਹਿੰਦੇ, ਫਿਰ ਹਿਲਾਉਂਦੀ ਨਹੀਂ, ਉਂਝ ਹੀ ਹਵਾ 'ਚ ਉੱਡਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਹੇਠਲੀ ਅਵਸਥਾ ਦੇ ਵਿੱਚ ਸਾਨੂੰ ਯਤਨ ਕਰਨਾ ਪੈਂਦਾ, ਉੱਪਰਲੀ ਅਵਸਥਾ ਜਾ ਕੇ ਆਪਣੇ ਆਪ ਹੀ ਹੁੰਦਾ ਰਹਿੰਦਾ ਹੈ। ਉਹ ਸਹਿਜ ਅਵਸਥਾ ਹੈ, ਉੱਥੇ ਸੁੱਖ ਹੀ ਸੁੱਖ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਦੇ ਕਦੇ ਵਿਨਾਸ਼ ਹੁੰਦਾ ਹੀ ਨਹੀਂ ਹੈ। ਕਿਉਂ? ਉਹ ਤਾਂ ਜਦੋਂ ਸਰੀਰ ਤਿਆਗਦਾ ਹੈ ਉਹਦੀ ਆਤਮਾ ਅਮਰ ਹੋ ਜਾਂਦੀ ਹੈ। ਉਹਦੀ ਅੱਜ ਦੀ ਆਤਮਾ ਅਮਰ ਹੋ ਜਾਏ ਉਹ ਫਿਰ ਦੁਬਾਰਾ ਜੰਮਣ ਮਰਨ ਦੇ ਚੱਕਰ 'ਚ ਨਹੀਂ ਆਉਂਦਾ। ਉਹ ਸਭ ਥਾਂ 'ਤੇ ਹੁੰਦਾ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਆਤਮਾ ਨਾ ਹੋਵੇ। ਇਸ ਲਈ ਬ੍ਰਹਮ ਗਿਆਨੀ ਦਾ ਕਦੇ ਨਾਸ ਹੀ ਨਹੀਂ ਹੁੰਦਾ, ਉਹ ਤਾਂ ਹਮੇਸ਼ਾ ਹੀ ਰਹਿੰਦਾ ਹੈ, ਉਹ ਤਾਂ ਅਮਰ ਹੋ ਜਾਂਦਾ। ਅੱਗੇ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬੇਤਾ ਹੁੰਦਾ ਜਾਣੂ, ਬ੍ਰਹਮ ਗਿਆਨੀ ਬ੍ਰਹਮ ਦਾ ਜਾਣੂ ਹੁੰਦਾ ਹੈ, ਰੱਬ ਨੂੰ ਜਾਣਦਾ ਹੁੰਦਾ। ਬ੍ਰਹਮ ਗਿਆਨੀ ਬਣਦਾ ਹੀ ਉਦੋਂ ਹੈ ਜਦੋਂ ਕੋਈ ਵਿਅਕਤੀ ਆਤਮਿਕ ਤੌਰ 'ਤੇ ਸੱਚਖੰਡ ਜਾਵੇਗਾ। ਸੱਚਖੰਡ ਵਸੈ ਨਿਰੰਕਾਰ, ਉਹ ਫਿਰ ਉਹ ਨਿਰੰਕਾਰ ਨੂੰ ਬ੍ਰਹਮ ਵੀ ਕਹੇ, ਉਹ ਫਿਰ ਬ੍ਰਹਮ ਨੂੰ ਮਿਲੇਗਾ। ਜਿੰਨੀ ਵਾਰੀ ਮਿਲਦਾ ਜਾਏਗਾ ਬ੍ਰਹਮ ਬਾਰੇ ਹੋਰ ਹੋਰ ਗਿਆਨ ਉਹਨੂੰ ਹੁੰਦਾ ਰਹੇ। ਸਮਾਧੀ ਲੱਗੇਗੀ ਤਾਂ ਸੱਚਖੰਡ ਜਾਏਗਾ। ਸਮਾਧੀ ਕਦੋਂ ਲੱਗਦੀ? ਜਦੋਂ ਮਨ ਟਿਕ ਜਾਂਦਾ ਹੈ। ਮਨ ਜਦੋਂ ਟਿਕ ਜਾਏਗਾ, ਜਿਵੇਂ ਪਾਣੀ ਹਿੱਲ ਰਿਹਾ ਹੈ, ਗਲਾਸ ਵਿੱਚ ਪਾਣੀ ਹਿੱਲ ਰਿਹਾ ਤਾਂ ਸਾਨੂੰ ਇਹ ਨਹੀਂ ਪਤਾ ਗਲਾਸ ਦੇ ਥੱਲੇ 'ਚ ਕੀ ਪਿਆ। ਮੰਨ ਲਓ ਤੁਸੀਂ 1 ਰੁਪਈਆ ਗਲਾਸ ਦੇ ਵਿੱਚ ਰੱਖਤਾ, ਉੱਤੇ ਪਾਣੀ ਨਾਲ ਭਰਤਾ, ਪਾਣੀ ਹਿਲਾਈ ਜਾ ਰਿਹਾ, ਤੁਹਾਨੂੰ 1 ਰੁਪਈਆ ਵਿੱਚੋਂ ਨਹੀਂ ਦੱਸੇਗਾ। ਜਦੋਂ ਹਿਲਾਉਣਾ ਬੰਦ ਕਰ ਦੋਗੇ ਪਾਣੀ ਟਿਕ ਜਾਏਗਾ, ਫਿਰ ਉਹ ਹੇਠਾਂ ਚੀਜ਼ ਪਈ ਹੋਈ ਦਿਸਦੀ ਹੁੰਦੀ ਵੀ ਉਹ ਰੁਪਈਆ ਪਿਆ। ਪਰਮਾਤਮਾ ਦੇ ਸਾਨੂੰ ਕਿਉਂ ਨਹੀਂ ਦਰਸ਼ਨ ਹੋ ਰਹੇ? ਸਾਡਾ ਮਨ ਹਿੱਲੀ ਹੋਈ ਜਾਂਦਾ ਹੈ। ਮਨ ਹਿੱਲੇ ਦੀ ਪਤਾ ਕੀ ਨਿਸ਼ਾਨੀ? ਸਰੀਰ ਹਿੱਲੀ ਜਾਂਦਾ। ਜਿਸ ਬੰਦੇ ਦਾ ਸਰੀਰ ਹਿੱਲੀ ਜਾਂਦਾ ਹੈ ਉਹਦਾ ਮਨ ਟਿਕ ਹੀ ਨਹੀਂ ਸਕਦਾ। ਮਨ ਨੂੰ ਟਿਕਾਉਣ ਦੀ ਪਹਿਲੀ ਸ਼ਰਤ ਹੈ ਕਿ ਜਿੱਥੇ ਤੁਸੀਂ ਬਹਿ ਗਏ ਹੋ, ਜਿਵੇਂ ਬਹਿ ਗਏ ਹੋ, ਬਿਨਾਂ ਹਿੱਲੇ ਬੈਠੇ ਰਹੋ ਘੰਟਿਆਂ ਬੱਧੀ। ਜਦੋਂ ਸਰੀਰ ਟਿਕ ਜਾਏਗਾ ਉਸ ਤੋਂ ਬਾਅਦ ਫਿਰ ਮਨ ਟਿਕਣਾ ਸ਼ੁਰੂ ਹੁੰਦਾ ਹੈ। ਜਦੋਂ ਮਨ ਹਿੱਲੀ ਜਾਂਦਾ ਉਹਨੇ ਤੁਹਾਡੇ ਸਰੀਰ ਨੂੰ ਵੀ ਹਿਲਾਈ ਹੋਈ ਜਾਣਾ, ਲਾ ਲਓ ਜਿੰਨਾ ਮਰਜ਼ੀ ਜ਼ੋਰ ਹੈ। ਮਨ ਟਿਕ ਜਾਏਗਾ, ਸਰੀਰ ਹੀ ਭੁੱਲ ਜਾਣਾ। ਜਿੰਨਾ ਚਿਰ ਸਰੀਰ ਯਾਦ ਹੈ ਸਾਨੂੰ ਹਿਲਾਉਣਾ ਪਏਗਾ, ਕਦੇ ਆਹ ਗੋਡਾ ਚੱਕ, ਕਦੇ ਉਹ ਗੋਡਾ ਚੱਕ। ਜਦੋਂ ਧਿਆਨ ਹੀ ਸਰੀਰ ਵੱਲੋਂ ਹਟ ਗਿਆ ਹੈ ਫਿਰ ਸਰੀਰ ਨਾ ਦੁਖੇ ਨਾ ਇਹ ਹਿੱਲੇ, ਇਹ ਟਿਕ ਜਾਂਦਾ। ਸਰੀਰ ਟਿਕਦਾ ਸਮਝੋ ਹੁਣ ਮਨ ਟਿਕਣਾ ਸ਼ੁਰੂ ਹੋ ਗਿਆ। ਜਾਂ ਮਨ ਟਿਕ ਗਿਆ ਤਾਂ ਸਮਝੋ ਸਰੀਰ ਆਪਣੇ ਆਪ ਹੀ ਟਿਕ ਗਿਆ। ਇਸ ਲਈ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਪਰਮਾਤਮਾ ਦਾ ਬੇਤਾ ਜਾਣੂ ਹੁੰਦਾ ਹੈ। ਉਹ ਪਰਮਾਤਮਾ ਜਾਣ ਲੈਂਦਾ ਹੈ ਕਿਉਂਕਿ ਪਰਮਾਤਮਾ ਨੂੰ ਉਹ ਮਿਲਦਾ ਹੈ ਵਾਰੀ ਵਾਰੀ। ਜਿਉਂ ਸਮਾਧੀ ਲੱਗੀ ਨੇ ਵਾਰੀ ਵਾਰੀ ਪਰਮਾਤਮਾ ਮਿਲਦਾ। ਹਰ ਵਾਰੀ ਜਦੋਂ ਆਪਾਂ ਕਿਸੇ ਬੰਦੇ ਨੂੰ ਮਿਲਦੇ ਉਹਦੇ ਬਾਰੇ ਆਪਾਂ ਨੂੰ ਕੁਛ ਪਤਾ ਲੱਗਦਾ ਹੈ। ਹਰ ਵਾਰ ਆਪਾਂ ਨੂੰ ਉਹਦੇ ਬਾਰੇ ਕੋਈ ਨਾ ਕੋਈ ਗੱਲ ਪਤਾ ਲੱਗਦੀ ਰਹਿੰਦੀ ਹੈ। ਹੌਲੀ ਹੌਲੀ ਫਿਰ ਜਿਹੜਾ ਬ੍ਰਹਮ ਗਿਆਨੀ ਹੈ ਬ੍ਰਹਮ ਦਾ ਬੇਤਾ ਹੋ ਜਾਂਦਾ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਹੇਤਾ ਪਿਆਰ ਨੂੰ ਕਹਿੰਦੇ ਨੇ। ਬ੍ਰਹਮ ਗਿਆਨੀ ਦਾ ਇੱਕ ਪਰਮਾਤਮਾ ਨਾਲ ਹੀ ਪਿਆਰ ਹੁੰਦਾ ਹੈ, ਉਹਦੇ ਨਾਲ ਹੀ ਹੇਤ ਹੁੰਦਾ ਹੈ, ਉਹਦੇ ਨਾਲ ਹੀ ਪਿਆਰ ਹੁੰਦਾ ਹੈ।
ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਬ੍ਰਹਮ ਗਿਆਨੀ ਨੂੰ ਚਿੰਤਾ ਹੀ ਕੋਈ ਨਹੀਂ ਹੁੰਦੀ। ਤੁਸੀਂ ਕਹੋ ਵੀ ਕਿਉਂ ਨਹੀਂ ਹੁੰਦੀ? ਆਪਾਂ ਨੂੰ ਤਾਂ ਕਿੰਨੀਆਂ ਚਿੰਤਾਵਾਂ ਨੇ, ਹੈ ਨਾ। ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਵੀ ਜੋ ਹੋ ਰਿਹਾ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ, ਅਤੇ ਜੋ ਹੋ ਰਿਹਾ ਠੀਕ ਹੋ ਰਿਹਾ, ਗੱਲ ਖਤਮ ਹੋ ਗਈ। ਕਿਤੇ ਆਪਾਂ ਨੂੰ 100% ਵਿਸ਼ਵਾਸ ਹੋ ਜਾਏ ਕਿ ਜੋ ਹੋ ਰਿਹਾ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ, ਅਤੇ ਜੋ ਹੋ ਰਿਹਾ ਉਹ ਠੀਕ ਹੋ ਰਿਹਾ, ਫਿਰ ਚਿੰਤਾ ਕਾਹਦੀ ਹੈ? ਚਿੰਤਾ ਕਾਹਦੀ? ਤੀਜਾ ਵਿਸ਼ਵਾਸ ਹੋਣਾ ਚਾਹੀਦਾ ਕਿ ਜਦੋਂ ਕੋਈ ਕੰਮ ਹੋਣਾ ਉਦੋਂ ਹੀ ਹੋਣਾ, ਜਦੋਂ ਕੋਈ ਕੰਮ ਹੋਣਾ ਉਦੋਂ ਹੀ ਹੋਣਾ। ਇਹ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ, ਇਸ ਲਈ ਚਿੰਤਾ ਹੀ ਨਹੀਂ ਕਰਦਾ। ਆਪਾਂ ਨੂੰ ਨਹੀਂ ਪਤਾ ਕਿ ਸਾਡੀ ਲੜਕੀ ਦੀ ਸ਼ਾਦੀ ਕਦੋਂ ਹੋਣੀ, ਇਸ ਲਈ ਸਾਨੂੰ ਚਿੰਤਾ ਲੱਗੀ ਰਹਿੰਦੀ ਹੈ। ਅਤੇ ਜੇ ਆਪਾਂ ਨੂੰ ਕੋਈ ਕਹਿ ਦੇ ਵੀ ਤੁਹਾਡੀ ਲੜਕੀ ਦੀ ਸ਼ਾਦੀ 36 ਸਾਲ ਦੀ ਉਮਰ 'ਚ ਹੋਣੀ, ਤੋਂ ਪਹਿਲਾਂ ਨਹੀਂ ਹੋ ਸਕਦੀ, ਅਤੇ ਅਸੀਂ ਸ਼ਾਇਦ ਟਿਕ ਕੇ ਬੈਠ ਜਾਈਏ ਵੀ ਹੁਣ 36ਵੇਂ ਸਾਲ 'ਚ ਜਾ ਕੇ ਪ੍ਰਬੰਧ ਕਰਾਂਗੇ। ਜਿਵੇਂ 1967 'ਚ ਮੈਨੂੰ ਜੋਤਸ਼ੀ ਨੇ ਕਿਹਾ ਕਿ ਤੁਹਾਡੀ ਸ਼ਾਦੀ 11 ਸਾਲ ਬਾਅਦ 1978 'ਚ ਹੋਣੀ ਹੈ। ਮੇਰੇ ਮਾਤਾ ਪਿਤਾ ਮੈਨੂੰ ਕਹਿੰਦੇ ਪੁੱਤ ਵਿਆਹ ਕਰਾ ਲਿਆ, ਅਸੀਂ ਤੇਰਾ ਵਿਆਹ ਵੇਖ ਲਈਏ। ਅਤੇ ਮੈਂ ਇਹਨੂੰ ਕਹਿਣਾ ਮਾਤਾ ਜੀ ਪਿਤਾ ਜੀ ਮੇਰੀ ਗੱਲ ਸੁਣ ਲਓ, ਮੇਰੀ ਸ਼ਾਦੀ ਹੋਣੀ ਹੈ 1978 'ਚ। ਜੇ ਤੁਸੀਂ ਉਦੋਂ ਤੱਕ ਜਿਉਂਦੇ ਰਹੇ ਅਤੇ ਵੇਖ ਲਓਗੇ, ਅਤੇ ਜੇ ਤੁਹਾਡਾ ਪਹਿਲਾਂ ਭੋਗ ਪੈ ਗਿਆ ਤਾਂ ਫਿਰ ਗੱਲ ਨਿਬੜ ਗਈ। ਅਤੇ ਉਹੀ ਗੱਲ ਹੋਈ, ਮਾਤਾ ਜੀ 1971 'ਚ ਸਵਰਗਵਾਸ ਹੋ ਗਏ, ਪਿਤਾ ਜੀ 1977 'ਚ ਹੋ ਗਏ, ਅਤੇ ਮੇਰਾ ਵਿਆਹ ਜਾ ਕੇ 1978 'ਚ ਹੋਇਆ। ਮੈਂ ਆਨੰਦ ਸੀ ਕਿ ਮੇਰਾ ਵਿਆਹ 78 'ਚ ਹੋਣਾ, ਹਾਲਾਂਕਿ ਮੈਂ ਕਰਾਉਣਾ ਨਹੀਂ ਸੀ ਚਾਹੁੰਦਾ, ਪਰ ਜੋਤਸ਼ੀ ਕਹਿੰਦਾ ਹੋਣਾ ਹੀ ਹੋਣਾ ਜੀ। ਮੈਂ ਠੀਕ ਹੈ ਭਾਈ, ਜੋਤਿਸ਼ ਵੀ ਇੱਕ ਵਿੱਦਿਆ ਹੈ, ਮੈਂ ਕੋਈ ਡਾਊਟ ਨਹੀਂ ਉਸ 'ਤੇ ਕੀਤਾ, ਕਿਉਂਕਿ ਮੈਨੂੰ ਗਿਆਨ ਸੀ ਵੀ ਜੋਤਿਸ਼ ਵੀ ਇੱਕ ਵਿੱਦਿਆ ਹੁੰਦੀ ਹੈ। ਇਸ ਲਈ ਮੈਂ ਨਿਸ਼ਚਿੰਤ ਸੀ 78 'ਚ ਹੀ ਹੋਣਾ। ਜੋਤਿਸ਼ੀ ਮੈਨੂੰ ਇਹ ਵੀ ਕਿਹਾ ਕਿ ਤੁਹਾਨੂੰ 78 'ਚ ਹੀ ਸਰਕਾਰੀ ਨੌਕਰੀ ਮਿਲਣੀ ਹੈ। ਪਹਿਲਾਂ ਮਿਲਣੀ ਹੀ ਨਹੀਂ, ਆਪਣੇ ਪ੍ਰਾਈਵੇਟ ਸਕੂਲ 'ਚ ਲੱਗੇ ਰਿਹਾ, ਮੈਂ ਲੱਗਾ ਰਿਹਾ, 78 'ਚ ਹੀ ਮਿਲੀ। ਉਹ ਤਾਂ ਚਲੋ ਮੈਨੂੰ ਜੋਤਿਸ਼ ਨੇ ਦੱਸਿਆ, ਬ੍ਰਹਮ ਗਿਆਨ ਤਾਂ ਵੈਸੇ ਹੀ ਪਤਾ ਹੁੰਦਾ, ਉਹ ਤਾਂ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ, ਹੁਣ ਤਾਂ ਪਤਾ ਹੁੰਦਾ ਆਉਣ ਵਾਲੇ ਸਮੇਂ 'ਚ ਮੇਰੇ ਨਾਲ ਕੀ ਹੋਣਾ। ਅਤੇ ਨਵੇਂ ਪਾਤਸ਼ਾਹ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਅਣਹੋਣੀ ਤਾਂ ਹੁੰਦੀ ਹੀ ਨਹੀਂ, ਅਤੇ ਜਿਹੜੀ ਹੋਣੀ ਹੈ ਉਹ ਹੋ ਕੇ ਰਹਿਣੀ ਹੈ, ਉਹ ਹੋ ਕੇ ਹੀ ਰਹਿਣੀ ਹੈ। ਅਣਹੋਣੀ ਨਹੀਂ ਹੁੰਦੀ ਕੁਝ। ਕਿ ਬੜਾ ਮਾੜਾ ਹੋਇਆ ਜੀ, ਉਹ ਹੋਣੀ ਸੀ, ਹੋਣੀ ਨੇ ਹੋ ਕੇ ਰਹਿਣਾ ਹੈ, ਹੋਣੀ ਨਹੀਂ ਟਾਲਿਆ ਜਾ ਸਕਦਾ। ਅਤੇ ਜਿਹੜਾ ਹੋਣੇ ਹੋ ਕੇ ਹੀ ਰਹਿਣਾ ਉਹ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ, ਇਸ ਲਈ ਉਹ ਚਿੰਤਾ ਹੀ ਨਹੀਂ ਕਰਦਾ, ਉਹ ਚਿੰਤਾ ਹੀ ਨਹੀਂ ਕਰਦਾ। ਪੰਚਮ ਪਾਤਸ਼ਾਹ ਨੂੰ ਪਤਾ ਸੀ ਅਸੀਂ ਲਾਹੌਰ ਜਾਣਾ, ਹੁਣ ਅਸੀਂ ਵਾਪਸ ਨਹੀਂ ਆਉਣਾ, ਪਹਿਲਾਂ ਹੀ ਪਤਾ ਸੀ। ਹਾਲਾਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਉੱਥੇ ਮੇਰੇ ਨਾਲ ਕੀ ਬੀਤਣੀ ਹੈ। ਜਹਾਂਗੀਰ ਦੇ ਹੁਕਮ ਨਾਲ ਉਹਨਾਂ ਨੂੰ ਲਾਹੌਰ ਸੱਦਿਆ ਗਿਆ ਸੀ, ਉਹਨੇ ਠੀਕ ਹੈ ਭਾਈ ਰਾਜੇ ਨੇ ਸੱਦੇ ਚਲੋ, ਪਰ ਉਹ ਜਾਣਦੇ ਸਨ। ਇਸ ਲਈ ਬਾਬਾ ਬੁੱਢੇ ਜੀ ਨੂੰ ਕਹਿੰਦੇ ਕਿ ਮੇਰੇ ਸਪੁੱਤਰ ਨੂੰ ਜਿਹੜੇ 6ਵੇਂ ਪਾਤਸ਼ਾਹ ਬਣੇ ਹਰਗੋਬਿੰਦ ਨੂੰ ਕਹਿੰਦੇ ਤੁਸੀਂ ਜਿਹੜਾ ਗੁਰਗੱਦੀ ਦਾ ਟਿੱਕਾ ਲਾ ਦਿਓ, ਅਸੀਂ ਹੁਣ ਵਾਪਸ ਨਹੀਂ ਆਉਣਾ, ਪਤਾ ਹੈ ਅਸੀਂ ਵਾਪਸ ਨਹੀਂ ਆਉਣਾ। ਹਾਲਾਂਕਿ ਬ੍ਰਹਮ ਗਿਆਨੀ ਸਮਰੱਥ ਹੁੰਦਾ ਕਿਸੇ ਘਟਨਾ ਨੂੰ ਟਾਲਣ 'ਚ, ਉਹ ਸਮਰੱਥ ਹੁੰਦਾ ਕਿਉਂਕਿ ਆਪ ਪਰਮੇਸ਼ਰ ਹੁੰਦਾ, ਉਹਦੇ 'ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਪਰ ਉਹ ਪਰਮੇਸ਼ਰ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਪਾਉਂਦਾ। ਉਹਨਾਂ ਨੂੰ ਪਤਾ ਸੀ ਕਿ ਅਸੀਂ ਸ਼ਹੀਦ ਹੋਣਾ, ਨਹੀਂ ਤਾਂ ਸਭ ਕੁਝ ਕਰ ਸਕਦੇ ਸਨ, ਪਰ ਨਹੀਂ, ਉਹਨਾਂ ਨੂੰ ਪਤਾ ਸੀ ਇਸ ਤਰ੍ਹਾਂ ਹੀ ਹੋਣਾ, ਇਹ ਇਸੇ ਤਰ੍ਹਾਂ ਹੀ ਹੋਣਾ। ਬ੍ਰਹਮ ਗਿਆਨੀ ਇਸ ਲਈ ਨਿਸ਼ਚਿੰਤ ਹੁੰਦਾ ਕਿਉਂਕਿ ਉਹਨੂੰ ਫਿਊਚਰ ਦਾ ਪਹਿਲਾਂ ਹੀ ਪਤਾ ਹੁੰਦਾ, ਅਤੇ ਉਹਨੂੰ ਇਹ ਵੀ ਪਤਾ ਹੁੰਦਾ ਕਿ ਹੋਣਾ ਅਤੇ ਬਸ ਹੋਣਾ, ਇਸ ਲਈ ਉਹਨੂੰ ਚਿੰਤਾ ਨਹੀਂ। ਸਾਨੂੰ ਪਤਾ ਨਹੀਂ ਹੈ, ਇਸ ਲਈ ਸਾਨੂੰ ਚਿੰਤਾ ਰਹਿੰਦੀ ਹੈ। ਸਾਨੂੰ ਪਤਾ ਨਾ ਹੋਣ ਕੇ ਸਾਨੂੰ ਚਿੰਤਾ ਰਹਿੰਦੀ ਹੈ। ਉਹ ਇਸ ਲਈ ਅਚਿੰਤ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਬ੍ਰਹਮ ਗਿਆਨੀ ਦਾ ਅਚਿੰਤ ਰਹਿੰਦਾ, ਨਿਸ਼ਚਿੰਤ ਰਹਿੰਦੇ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਮੰਤ ਮਨੇ ਮੰਤਰ ਭਾਵ ਉਪਦੇਸ਼।
ਬ੍ਰਹਮ ਗਿਆਨੀ ਜਿਹੜਾ ਉਪਦੇਸ਼ ਹੁੰਦਾ ਨਾ ਉਹ ਤਾਂ ਨਿਰਮਲ ਹੁੰਦਾ ਹੈ। ਅਤੇ ਗੁਰਬਾਣੀ ਕਹਿੰਦੀ ਨਿਰਮਲ ਤੇ ਸਭ ਨਿਰਮਲ ਹੋਵੇ। ਉਹਦਾ ਉਪਦੇਸ਼ ਨਿਰਮਲ ਹੈ, ਇਸ ਲਈ ਉਹਦਾ ਉਪਦੇਸ਼ ਦੂਜੇ ਨੂੰ ਵੀ ਨਿਰਮਲ ਕਰ ਦਿੰਦਾ ਹੈ। ਆ ਬਾਣੀ ਉਪਦੇਸ਼ ਹੈ ਨਾ, ਇਹ ਨਿਰਮਲ ਉਪਦੇਸ਼ ਹੈ। ਤੁਸੀਂ ਜੋ ਬਾਣੀ ਪੜ੍ਹੀ ਜਾਓਗੇ ਤੁਸੀਂ ਵੀ ਨਿਰਮਲ ਹੁੰਦੇ ਜਾਓਗੇ ਅੰਦਰੋਂ। ਹੌਲੀ ਹੌਲੀ ਬੁਰਾਈਆਂ ਦਾ ਤਿਆਗ ਕਰਦੇ ਜਾਓਗੇ ਅਤੇ ਇੱਕ 'ਤੇ ਨਿਰਮਲ ਹੋ ਜਾਓਗੇ। ਜਿਹੜਾ ਬ੍ਰਹਮ ਗਿਆਨ ਦਾ ਉਪਦੇਸ਼ ਹੁੰਦਾ ਮਨੁੱਖ ਨੂੰ ਨਿਰਮਲ ਕਰਦਾ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਪਰ ਬ੍ਰਹਮ ਗਿਆਨੀ ਹੁੰਦਾ ਕੌਣ ਹੈ? ਜਿਹਨੂੰ ਪਰਮਾਤਮਾ ਆਪ ਬ੍ਰਹਮ ਗਿਆਨੀ ਬਣਾਉਂਦਾ, ਉਹ ਬਣਦਾ। ਯਤਨ ਤਾਂ ਬੜੀ ਦੁਨੀਆ ਕਰਦੀ ਹੈ, ਭਜਨ ਬੰਦਗੀ ਹੈ ਕਰਦੀ ਹੈ, ਕਰਨੀ ਵੀ ਚਾਹੀਦੀ ਹੈ, ਕਰਨੀ ਵੀ ਚਾਹੀਦੀ ਹੈ। ਕਈ ਵਾਰੀ ਇੱਕੋ ਪੋਸਟ ਨਿਕਲਦੀ ਹੈ, ਕਈ ਸੋਚਦੇ ਨੇ ਇੱਥੇ ਆਪਣੀ ਕਿੱਥੇ ਵਾਰੀ ਆਉਣੀ ਯਾਰ। ਅੱਜ ਕੱਲ੍ਹ ਪੈਸਾ ਵੀ ਚੱਲਦਾ ਹੈ, ਅੱਜ ਕੱਲ੍ਹ ਸਿਫਾਰਸ਼ਾਂ ਵੀ ਚੱਲਦੀਆਂ ਨੇ, ਮੈਨੂੰ ਉੱਥੇ ਕਿਹਨੇ ਸਿਲੈਕਟ ਕਰਨਾ? ਇਹ ਤਾਂ ਫਿਰ ਕੋਈ ਵੀ ਅਪਲਾਈ ਨਹੀਂ ਕਰੇਗਾ, ਫਿਰ ਤਾਂ ਕੋਈ ਵੀ ਨਹੀਂ ਅਪਲਾਈ ਕਰੇਗਾ। ਪਰ ਤੁਸੀਂ ਕਿਉਂ ਅਪਲਾਈ ਕਰਦੇ ਹੋ? ਅੰਗਰੇਜ਼ੀ ਦੀ ਕਹਾਵਤ ਹੈ ਹੋਪ ਸਸਟੇਨਜ਼ ਲਾਈਫ। ਆਸ 'ਤੇ ਹੀ ਸੰਸਾਰ ਹੈ ਨਾ, ਵੀ ਸ਼ਾਇਦ ਗੱਲ ਬਣ ਜੇ, ਸ਼ਾਇਦ ਗੱਲ ਬਣ ਜੇ, ਇਸ ਲਈ ਆਪਾਂ ਅਪਲਾਈ ਕਰਦੇ ਹਾਂ। ਅਤੇ ਇੱਕ ਦੀ ਤਾਂ ਬਣੇਗੀ ਨਾ, ਬਣੇਗੀ। ਜੇ ਕੋਈ ਵੀ ਨਾ ਅਪਲਾਈ ਕਰੇ ਤਾਂ ਫਿਰ ਤਾਂ ਉਹ ਵੀ ਪੋਸਟ ਖਾਲੀ ਰਹੇਗੀ। ਪਰ ਜਿਹੜਾ ਵੀ ਅਪਲਾਈ ਕਰ ਰਿਹਾ ਉਸ ਕਿਸੇ ਉਮੀਦ ਨਾਲ ਕਰ ਰਿਹਾ ਵੀ ਸ਼ਾਇਦ ਮੈਂ ਸਿਲੈਕਟ ਹੋ ਜਾਵਾਂ, ਇਸ ਲਈ ਸ਼ਾਇਦ ਮੈਂ ਬ੍ਰਹਮ ਗਿਆਨੀ ਬਣ ਜਾ, ਇਸ ਲਈ ਲੋਕ ਲੱਗੇ ਰਹਿੰਦੇ ਨੇ। ਜਿਸ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਬ੍ਰਹਮ ਗਿਆਨੀ ਹੁੰਦਾ, ਦੂਜੇ ਨੂੰ ਅਗਲਾ ਜਨਮ ਲੈਣਾ ਪੈਂਦਾ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਜਿਹਨੂੰ ਪਰਮਾਤਮਾ ਆਪ ਬ੍ਰਹਮ ਗਿਆਨੀ ਬਣਾਵੇ ਨਾ, ਉਹ ਬ੍ਰਹਮ ਗਿਆਨੀ ਬਣਦਾ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਦਾ ਬੜਾ ਤਪ ਤੇਜ ਹੁੰਦਾ ਹੈ। ਜਿੰਨੀ ਕਮਾਈ ਹੋਏਗੀ ਓਨਾ ਹੀ ਤਪ ਤੇਜ ਹੋਏਗਾ। ਮੈਂ ਦੇਖਿਆ ਸਟੇਜ 'ਤੇ ਜਦੋਂ ਬਹੁਤ ਕਮਾਈ ਵਾਲਾ ਸਾਧੂ ਬੈਠਦਾ ਨਾ ਸਟੇਜ 'ਤੇ, ਉਂਝ ਹੀ ਲੋਕ ਚੁੱਪ ਕਰ ਜਾਂਦੇ। ਪਹਿਲਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ। ਜਦੋਂ ਕੋਈ ਬਹੁਤ ਕਮਾਈ ਵਾਲਾ ਸਾਧੂ ਸਟੇਜ 'ਤੇ ਬੈਠਦਾ ਹੈ, ਜਿਹੜੀ ਸੰਗਤ ਆਈ ਉਹ ਚੁੱਪ ਕਰ ਜਾਂਦੀ ਹੈ ਵੀ ਹੁਣ ਮਹਾਂਪੁਰਖ ਦੇ ਬਚਨ ਸੁਣੋ। ਪਹਿਲਾਂ ਵੀ ਮਹਾਂਪੁਰਖ ਬੋਲ ਕੇ ਗਏ ਹੁੰਦੇ ਨੇ, ਪਰ ਆਪਣੀ ਆਪਣੀ ਕਮਾਈ ਹੁੰਦੀ ਹੈ। ਕਿਉਂ? ਉਹਦੇ ਵਿੱਚ ਇੰਨੀਆਂ ਜ਼ਬਰਦਸਤ ਸ਼ਾਂਤੀ ਦੀਆਂ ਲਹਿਰਾਂ ਨਿਕਲਦੀਆਂ ਨੇ। ਜਿੰਨੀ ਜ਼ਿਆਦਾ ਕਮਾਈ ਹੋਏਗੀ ਉਹ ਜਿਉਂ ਹੀ ਸ਼ਾਂਤੀ ਦੀਆਂ ਲਹਿਰਾਂ ਉਹ ਤੱਕਦਾ ਹੈ। ਜਿਹੜੇ ਮਹਾਂਪੁਰਖ ਨੇ ਇੱਕ ਵਾਰੀ ਨਿਗਾਹ ਭਰ ਕੇ ਸਾਰੀ ਸੰਗਤ 'ਤੇ ਤੱਕਦੇ, ਸੰਗਤ ਵੱਲ ਤੱਕਦੇ ਨੇ। ਬਸ ਉਹ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਐਨ ਸ਼ਾਂਤੀ ਵਰਤਾਉਂਦੇ। ਕਮਾਈ ਹੋਈ ਇੰਨੀ ਹੁੰਦੀ ਉਹਨਾਂ ਦੀ, ਇੰਨੀ ਕਮਾਈ ਉਹਨਾਂ ਦੀ ਹੁੰਦੀ। ਅੱਡ ਅੱਡ ਕਮਾਈਆਂ ਵਾਲੇ ਸਾਧੂ ਹੁੰਦੇ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬੜਾ ਤਪ ਤੇਜ ਹੁੰਦਾ ਉਹਨਾਂ ਦਾ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ। ਇੱਕ ਸ਼ਬਦ ਹੈ ਬੜ ਭਾਗੀ, ਇੱਕ ਹੁੰਦਾ ਬੜ ਭਾਗੀ। ਬੜ ਭਾਗੀ ਦਾ ਮਤਲਬ ਹੈ ਵੱਡੇ ਭਾਗਾਂ ਵਾਲਾ, ਵੱਡੇ ਭਾਗਾਂ ਵਾਲਾ। ਇੱਕ ਹੁੰਦਾ ਬੜ ਭਾਗੀ, ਗੱਗੇ ਨੂੰ ਵੈਰੀ ਬਿੰਦੀ ਲਾ ਕੇ ਵੱਡੇ ਭਾਗਾਂ ਨਾਲ। ਬੜ ਭਾਗੀ ਸ਼ਬਦ ਵਿਸ਼ੇਸ਼ਣ ਹੈ, ਬੜ ਭਾਗੀ ਕਿਰਿਆ ਵਿਸ਼ੇਸ਼ਣ ਹੈ। ਜਿਵੇਂ ਇੰਗਲਿਸ਼ ਦੇ ਸ਼ਬਦ ਲੱਕੀ, LUCKY, ਲੱਕੀ, ਇਹ ਵਿਸ਼ੇਸ਼ਣ ਹੈ। ਲੱਕੀ ਲਈ ਇੱਕ ਕਿਰਿਆ ਵਿਸ਼ੇਸ਼ਣ ਐਡਵਰਬ ਹੈ। ਇਸ ਤਰ੍ਹਾਂ ਬੜ ਭਾਗੀ ਵਿਸ਼ੇਸ਼ਣ ਹੈ, ਵੱਡੇ ਭਾਗਾਂ ਵਾਲਾ। ਬੜ ਭਾਗੀ ਇਹ ਕਿਰਿਆ ਵਿਸ਼ੇਸ਼ਣ ਹੈ, ਵੱਡੇ ਭਾਗਾਂ ਨਾਲ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ। ਬ੍ਰਹਮ ਗਿਆਨੀ ਦੇ ਦਰਸ਼ਨ ਵੱਡੇ ਭਾਗਾਂ ਨਾਲ ਹੁੰਦੇ ਨੇ। ਇਹ ਬਾਅਦ ਕਿਸਮਤ ਤੋਂ ਹੁੰਦੇ ਹੀ ਨਹੀਂ। ਬਾਅਦ ਕਿਸਮਤ ਦਾ ਬ੍ਰਹਮ ਗਿਆਨੀ ਦੇ ਦਰਸ਼ਨ ਨਹੀਂ ਹੁੰਦੇ। ਇਹ ਜਿਹਨਾਂ ਦੇ ਵੱਡੇ ਭਾਗ ਪਹਿਲੇ ਹੀ ਹੁੰਦੇ ਨਾ, ਉਹਨਾਂ ਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਨੇ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ।
ਬ੍ਰਹਮ ਗਿਆਨੀ ਦਾ ਤਾਂ ਸਦਾ ਹੀ ਬਲਿਹਾਰ ਜਾਣਾ ਚਾਹੀਦਾ, ਬਲ ਜਾਣਾ, ਬਲਿਹਾਰ ਜਾਣਾ ਚਾਹੀਦਾ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ। ਮਹੇਸ਼ਵਰ ਹਿੰਦੀ ਦਾ ਪੂਰਾ ਸ਼ਬਦ ਹੈ ਮਹੇਸ਼ਵਰ। ਹਿੰਦੀ ਦੇ ਮੰਮਾ ਹਾਹੇ ਨੂੰ ਲਾਂ, ਸੱਸੇ ਪੈਰ ਬਿੰਦੀ, ਵਾਹ ਵਾਹ ਰਾਰਾ, ਮਹੇਸ਼ਵਰ। ਜਦੋਂ ਗੁਰਬਾਣੀ 'ਚ ਆਉਂਦਾ ਵਾਹ ਵਾਹ, ਤਾਂ ਗੁਰਬਾਣੀ 'ਚ ਉਸ ਤੋਂ ਪਹਿਲੇ ਅੱਖਰ ਨੂੰ ਊੜਾ ਔਂਕੜ ਲੱਗ ਜਾਂਦਾ ਹੈ। ਜੇ ਤੁਸੀਂ ਦੇਖਿਆ ਉਹਨੇ ਦਸਮ ਪਾਠ ਕਈ ਥੱਲੇ ਤਪ ਪ੍ਰਸਾਦ, ਤਤਾ ਬਾਬਾ ਤਪ ਪ੍ਰਸਾਦ ਤੇਰੀ ਕਿਰਪਾ ਨਾਲ। ਕਿਤੇ ਵਾਹ ਜਿਹੜਾ ਹੈ ਖਤਮ ਹੋ ਜਾਂਦਾ ਅਤੇ ਤੱਤੇ ਨੂੰ ਔਂਕੜ ਲੱਗਦਾ, ਤੋ ਪ੍ਰਸਾਦ ਇੱਕੋ ਹੀ ਗੱਲ, ਮੀਨਿੰਗ ਇੱਕੋ ਹੀ ਹੈ। ਤੋ ਪ੍ਰਸਾਦ ਤੇਰੀ ਕਿਰਪਾ ਨਾਲ, ਤਪ ਪ੍ਰਸਾਦ ਤੇਰੀ ਕਿਰਪਾ ਨਾਲ। ਜਿਵੇਂ ਅਵਤਾਰ, ਅਵਤਾਰ ਤੋਂ ਅਵਤਾਰ ਬਣ ਗਿਆ ਹੈ, ਊੜੇ ਨੂੰ ਔਂਕੜ ਲੱਗ ਗਿਆ। ਇਸੇ ਤਰ੍ਹਾਂ ਹੀ ਇਹ ਜਿਹੜਾ ਸ਼ਬਦ ਹੈ ਮਹੇਸ਼ਵਰ, ਇਹ ਪੂਰਾ ਸ਼ਬਦ ਹੈ ਮਹੇਸ਼ਵਰ। ਵਾਹ ਵਾਹ ਹੁਣ ਵਿੱਚੋਂ ਖਤਮ ਹੋ ਗਿਆ, ਅਤੇ ਵਾਹ ਤੋਂ ਪਹਿਲਾਂ ਅੱਖਰ ਸੀ ਸੱਸਾ, ਉਹਨੂੰ ਲੱਗ ਗਿਆ ਔਂਕੜ, ਹੁਣ ਬਣ ਗਿਆ ਮਹੇਸ਼ਵਰ। ਮੀਨਿੰਗ ਉਹੀ ਹੈ ਮਹੇਸ਼ਵਰ, ਸ਼ਿਵ ਜੀ। ਸ਼ਿਵ ਜੀ ਮਹਾਰਾਜ ਨੇ ਦਾ ਪੂਰਾ ਮਹੇਸ਼ਵਰ, ਉਸ ਤੋਂ ਛੋਟਾ ਬਣਾਤਾ ਮਹੇਸ਼ਵਰ, ਉਦੋਂ ਛੋਟਾ ਬਣਦਾ ਮਹੇਸ਼। ਮਹੇਸ਼ ਵੀ ਸ਼ਿਵ ਜੀ, ਮਹੇਸ਼ਵਰ ਵੀ ਸ਼ਿਵ ਜੀ, ਮਹੇਸ਼ਵਰ ਵੀ ਸ਼ਿਵ ਜੀ। ਸਿਰਫ ਇੰਨੇ ਫਰਕ ਹੈ ਬਸ, ਮੀਨਿੰਗ ਤਿੰਨਾਂ ਦਾ ਇੱਕੋ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ। ਬ੍ਰਹਮ ਗਿਆਨੀ ਨੂੰ ਸ਼ਿਵ ਜੀ ਵਰਗੇ ਦੇਵਤੇ ਵੀ ਖੋਜਦੇ ਨੇ, ਵੀ ਕਿਤੇ ਦਰਸ਼ਨ ਹੋ ਜਾਣ, ਵੀ ਸਾਨੂੰ ਉਹਨਾਂ ਦੇ ਦਰਸ਼ਨ ਹੋ ਜਾਣ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਹੁਣ ਪੂਰਾ ਸ਼ਬਦ ਹੈ ਹਿੰਦੀ ਦਾ ਪਰਮੇਸ਼ਵਰ, ਪੂਰਾ ਸ਼ਬਦ ਹੈ ਪਰਮੇਸ਼ਵਰ। ਉਹ ਵਾਹਵਾ ਵਿੱਚੋਂ ਖਤਮ ਹੋ ਗਿਆ ਅਤੇ ਸੱਸੇ ਨੂੰ ਔਂਕੜ ਲੱਗੇ, ਬਣ ਗਿਆ ਪਰਮੇਸ਼ਵਰ। ਪਰਮੇਸ਼ਵਰ ਪੂਰਾ ਹੈ, ਉਸ ਤੋਂ ਛੋਟਾ ਬਣ ਗਿਆ ਪਰਮੇਸ਼ਰ, ਮਤਲਬ ਪਰਮੇਸ਼ਰ ਤੋਂ ਹੈ। ਜੇ ਸੱਸੇ ਨੂੰ ਔਂਕੜ ਨਾ ਹੁੰਦਾ ਫਿਰ ਆਪਾਂ ਪੜ੍ਹਦੇ ਪਰਮੇਸ਼ਰ। ਹੁਣ ਸੱਸੇ ਨੂੰ ਔਂਕੜ ਲੱਗ ਗਿਆ, ਹੁਣ ਬਿੰਦੀ ਦੇ ਵਿੱਚ ਬੋਲੀ ਜਾ ਕੇ ਹੁਣ ਹੋ ਗਿਆ ਪਰਮੇਸ਼ਵਰ, ਮਤਲਬ ਪਰਮਾਤਮਾ ਹੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਤਾਂ ਆਪ ਹੀ ਪਰਮੇਸ਼ਰ ਹੁੰਦਾ। ਕਿਉਂ? ਜਿਵੇਂ ਦੇਖੋ ਸਮੁੰਦਰ ਦਾ ਪਾਣੀ ਹੈ, ਉਸ 'ਚ ਤੁਸੀਂ ਇੱਕ ਤੁਪਕਾ ਪਾਣੀ ਅੱਡ ਕਰ ਲਓ, ਲੈਬੋਰਟਰੀ 'ਚ ਉਹਨੂੰ ਵੇਖੋ ਜਾ ਕੇ, ਉਹ ਆਕਸੀਜਨ ਅਤੇ ਹਾਈਡਰੋਜਨ ਟੁੱਟ ਜਾਏਗਾ। ਪਾਣੀ ਦੋ ਗੈਸਾਂ ਤੋਂ ਬਣਿਆ ਹੁੰਦਾ ਹੈ, ਆਕਸੀਜਨ ਅਤੇ ਹਾਈਡਰੋਜਨ ਤੋਂ। ਉਹ ਜਿਹੜਾ ਸਮੁੰਦਰ ਦੇ ਪਾਣੀ ਦਾ ਇੱਕ ਤੁਪਕਾ ਹੈ, ਉਹ ਵੀ ਆਕਸੀਜਨ ਅਤੇ ਹਾਈਡਰੋਜਨ ਤੋਂ ਬਣਿਆ, ਅਤੇ ਸਾਰੇ ਸਮੁੰਦਰ ਦਾ ਪਾਣੀ ਵੀ ਆਕਸੀਜਨ ਅਤੇ ਹਾਈਡਰੋਜਨ ਤੋਂ ਬਣਿਆ ਹੋਇਆ। ਇਸ ਲਈ ਦੋਨਾਂ 'ਚ ਕੋਈ ਫਰਕ ਨਹੀਂ, ਸ਼ਕਲਾਂ ਦਾ ਹੀ ਫਰਕ ਹੈ। ਵੀ ਪਰਮਾਤਮਾ ਦੀ ਸ਼ਕਲ ਸੂਰਤ ਕੋਈ ਨਹੀਂ, ਬ੍ਰਹਮ ਗਿਆਨੀ ਦਾ ਇੱਕ ਸਰੀਰ ਹੁੰਦਾ ਹੈ, ਪਰ ਦੋਨਾਂ ਦੇ ਵਿੱਚ, ਗੁਣਾਂ ਦੇ ਵਿੱਚ, ਸੁਭਾਅ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹ ਇੱਕ ਮਿਕ ਹੁੰਦੇ ਹਨ। ਇਸ ਲਈ ਕਹਿੰਦੇ ਨੇ, ਤਾਂ ਹੀ ਕਹਿੰਦੇ ਸੰਤ ਅਨੰਤ ਹੈ ਅੰਤਰ ਨਹੀਂ। ਸੰਤ ਅਤੇ ਉਸ ਅਨੰਤ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ, ਕਿ ਦੋਨਾਂ ਦਾ ਸੁਭਾਅ ਇੱਕੋ ਜਿਹਾ ਹੁੰਦਾ, ਦੋਨਾਂ ਦੇ ਗੁਣ ਇੱਕੋ ਜਿਹੇ ਹੁੰਦੇ ਹਨ। ਤਾਂ ਕਹਿੰਦੇ ਵੀ ਬ੍ਰਹਮ ਗਿਆਨੀ ਤੇ ਆਪ ਹੀ ਪਰਮਾਤਮਾ ਹੁੰਦਾ ਹੈ। ਅੱਗੇ ਕਹਿੰਦੇ ਬ੍ਰਹਮ ਗਿਆਨੀ ਕੀ ਕੀਮਤ ਨਹੀਂ। ਬ੍ਰਹਮ ਗਿਆਨੀ 'ਚ ਇੰਨੇ ਗੁਣ ਹੁੰਦੇ ਨੇ ਕਿ ਉਹਦੀ ਕੋਈ ਕੀਮਤ ਹੀ ਨਹੀਂ ਪਾ ਸਕਦੇ। ਉਹ ਅਮੁੱਲ ਹੁੰਦਾ ਹੈ, ਜਿਹਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀ। ਬ੍ਰਹਮ ਗਿਆਨੀ ਦੇ ਮਨ 'ਚ ਤਾਂ ਸਾਰਾ ਕੁਝ ਹੀ ਹੈ, ਸਾਰਾ ਕੁਝ ਉਹਦੇ ਮਨ 'ਚ ਹੈ। ਕੋਈ ਐਸੀ ਚੀਜ਼ ਨਹੀਂ ਜਿਹੜੀ ਉਹਦੇ ਮਨ ਵਿੱਚ ਨਹੀਂ ਹੈ, ਸਭ ਕੁਛ ਉਹਦੇ ਮਨ 'ਚ ਹੈ, ਉਹਨੂੰ ਸਭ ਦਾ ਗਿਆਨ ਹੈ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ। ਬ੍ਰਹਮ ਗਿਆਨੀ ਦੇ ਭੇਦ ਨੂੰ ਕੌਣ ਜਾਣ ਸਕਦਾ ਹੈ? ਉਹਦੇ ਕਿਉਂ? ਕੋਈ ਓਡਾ ਵੱਡਾ ਹੋਵੇ ਤਾਂ ਹੀ ਜਾਣੇ ਨਾ। ਜੇ ਉਸ ਤੋਂ ਵੱਡਾ ਨਹੀਂ ਤਾਂ ਘੱਟ ਤੋਂ ਘੱਟ ਓਡਾ ਵੱਡਾ ਤਾਂ ਹੋਣਾ ਚਾਹੀਦਾ।
ਕੇਵਡ ਵੱਡਾ ਡੀਠਾ ਹੋਏ। ਪਰਮਾਤਮਾ ਕਿੰਨਾ ਵੱਡਾ ਹੈ ਕਹਿੰਦੇ ਤਾਂ ਫਿਰ ਵੇਖ ਕੇ ਹੀ ਪਤਾ ਲੱਗੂ। ਇਹ ਤਾਂ ਵੇਖ ਕੇ ਪਤਾ ਉਂਝ ਪਤਾ ਲੱਗੇਗਾ। ਬ੍ਰਹਮ ਗਿਆਨੀ ਦਾ ਭੇਦ ਜਾਣਨ ਲਈ ਜ਼ਰੂਰੀ ਹੈ ਕਿ ਦੂਸਰਾ ਬੰਦਾ ਬ੍ਰਹਮ ਗਿਆਨੀ ਹੋਵੇ। ਇਸ ਲਈ ਕੋਈ ਬ੍ਰਹਮ ਗਿਆਨੀ ਦਾ ਭੇਦ ਹੀ ਨਹੀਂ ਜਾਣਦਾ ਹੈ ਵੀ ਉਹ ਕਿਸ ਅਵਸਥਾ 'ਤੇ ਹੈ। ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਆੜੇ ਨੂੰ ਕੰਨੇ ਨਾਲ ਵੀ ਹੁੰਦਾ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦੇਸ਼ ਜਾਂ ਆਦੇਸ਼ ਦਾ ਮਤਲਬ ਨਮਸਕਾਰ। ਬ੍ਰਹਮ ਗਿਆਨੀ ਦਾ ਸਦਾ ਹੀ ਨਮਸਕਾਰ ਕਰਨੀ ਚਾਹੀਦੀ। ਗੁਰੂ ਕਹਿੰਦੇ ਸਾਡੇ ਵਾਲਾ ਬ੍ਰਹਮ ਗਿਆਨੀ ਦਾ ਨਮਸਕਾਰ ਹੈ ਵੀ ਐਡੀ ਮਹਾਨ ਹਸਤੀ ਹੈ। ਕਿਉਂਕਿ ਗੁਰਬਾਣੀ ਕਹਿੰਦੇ ਕੋਟਣ ਮੈਂ ਕੋ ਕਰੋੜ ਬੰਦਾ ਭਜਨ ਬੰਦਗੀ ਕਰ ਰਿਹਾ, ਕੋਈ ਇੱਕ ਅੱਧਾ ਬ੍ਰਹਮ ਗਿਆਨੀ ਹੁੰਦਾ ਉਹਨਾਂ 'ਚ। ਬ੍ਰਹਮ ਗਿਆਨੀ ਇੱਟ ਪੁੱਟਿਆਂ ਨਹੀਂ ਨਿਕਲਦੇ। ਕੋਟਣ ਮੈਂ ਕੋ ਕਰੋੜਾਂ 'ਚ ਕੋਈ ਇੱਕ ਅੱਧਾ ਹੁੰਦਾ। ਕਿਉਂਕਿ ਪਰਮਾਤਮਾ ਤੱਕ ਪਹੁੰਚਣਾ ਇਹ ਕੋਈ ਖਾਲਾ ਜੀ ਦਾ ਵਾੜਾ ਥੋੜ੍ਹਾ ਹੀ। ਖਾਲਾ ਜੀ ਦਾ ਵਾੜਾ ਮੈਂ ਪਹਿਲਾਂ ਵੀ ਦੱਸਿਆ ਸੀ, ਖਾਲਾ ਫਾਰਸੀ ਦਾ ਸ਼ਬਦ ਹੈ। ਖਾਲਾ ਬਣੇ ਮਾਸੀ ਅਤੇ ਵਾੜਾ ਹੁੰਦਾ ਘਰ। ਮਾਸੀ ਦੇ ਘਰ ਜਾਣਾ ਬੱਚੇ ਲਈ ਕੋਈ ਔਖਾ ਨਹੀਂ, ਕਿਉਂ ਮਾਂ ਦੀ ਭੈਣ ਹੈ। ਉਹਨੇ ਕਿਹੜੇ ਕਹਿਣਾ ਚੱਲ ਚੱਲ ਕਾਕਾ ਭਾਣਜੇ ਕਿੱਥੋਂ ਆਏ ਬਾਹਰ ਨਿਕਲ, ਨਹੀਂ। ਕਿਉਂਕਿ ਆ ਬਈ ਆ ਬੜੇ ਸਮੇਂ ਬਾਅਦ ਹੈ ਕਾਕਾ, ਆ ਕਦੇ ਕਦੇ ਆ ਜਾਇਆ ਕਰ। ਮਾਸੀ ਦੇ ਘਰ ਜਾਣਾ ਔਖਾ ਨਹੀਂ। ਅਤੇ ਜਿਹੜਾ ਔਖਾ ਕੰਮ ਹੋਵੇ ਉਹਨੂੰ ਕਹਿੰਦੇ ਕਿਉਂ ਇਹ ਕੋਈ ਖਾਲਾ ਜੀ ਦਾ ਵਾੜ ਹੈ ਵੀ ਤੂੰ ਕਰ ਲਏਗਾ, ਵੀ ਸੌਖਾ ਕੰਮ ਨਹੀਂ ਹੈ। ਸੋ ਇਸ ਲਈ ਬ੍ਰਹਮ ਗਿਆਨੀ ਤੱਕ ਪਹੁੰਚਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕੋਈ ਸੌਖਾ ਕੰਮ ਨਹੀਂ ਹੈਗਾ। ਇਸ ਲਈ ਉਹਨੂੰ ਤਾਂ ਆਦੇਸ਼ ਹੀ ਕਰਨਾ, ਹੁਣ ਤੇ ਨਮਸਕਾਰ ਹੀ ਕਰਨੀ ਬਣਦੀ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ। ਖਿਆਲ ਰੱਖਣਾ ਇਹ ਖੱਖੇ ਦੇ ਪੈਰ ਵਿੱਚ ਅੱਧਾ ਯਈਆ ਪਾਇਆ ਹੋਇਆ ਹੈ। ਇਹ ਨਿਯਮ ਹੈ ਕਿ ਜਿਸ ਅੱਖਰ ਦੇ ਹੇਠਾਂ ਅੱਧਾ ਯਈਆ ਹੋਵੇ, ਜਦੋਂ ਉਸ ਨੂੰ ਪੜ੍ਹਨੇ ਤਾਂ ਉਸੇ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ। ਹੁਣ ਸਿਹਾਰੀ ਕਿਹਨੂੰ ਲੱਗੀ? ਖੱਖੇ ਨੂੰ। ਅੱਗੇ ਐੜਾ ਲੱਗ ਜਾਂਦਾ। ਹੁਣ ਬਣ ਗਿਆ ਆੜਾ ਧੱਦੇ ਨੂੰ ਕੰਨਾ, ਖੱਖੇ ਨੂੰ ਸਿਹਾਰੀ, ਆੜਾ ਰਾਰਾ। ਅਦਾਖਿਰ, ਅਦਾਖਿਰ ਦਾ ਮਤਲਬ ਅੱਧਾ ਅੱਖਰ। ਹਿੰਦੀ 'ਚ ਹੁੰਦਾ ਅਕਸ਼ਰ, ਪੰਜਾਬੀ ਕੀ ਹੁੰਦਾ ਅੱਖਰ, ਹਿੰਦੀ 'ਚ ਹੁੰਦਾ ਅਕਸ਼ਰ। ਉੱਥੋਂ ਫਿਰ ਤਾਂ ਬਣਾਇਆ ਅਦਾਖਿਰ। ਅਦਾਖਰ ਨਹੀਂ ਪੜ੍ਹਨਾ ਇਹਨੂੰ, ਅਦਾਖਿਰ ਅੱਧਾ ਅੱਖਰ ਭਾਵ ਕੁਝ ਵੀ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਿਰ। ਬ੍ਰਹਮ ਗਿਆਨੀ ਬਾਰੇ ਤਾਂ ਇੱਕ ਸ਼ਬਦ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹਦੀ ਤਾਂ ਅਵਸਥਾ ਹੀ ਇਹ ਨੀਚੀ ਹੁੰਦੀ ਹੈ। ਇੱਕ ਸ਼ਬਦ ਦਾ ਕੀ ਕਹਿਣਾ, ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ ਉਸ ਬਾਰੇ ਤਾਂ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਠਾਕੁਰ ਮਾਲਕ ਨੂੰ ਕਹਿੰਦੇ ਨੇ। ਬ੍ਰਹਮ ਗਿਆਨੀ ਦਾ ਸਾਰਿਆਂ ਦਾ ਮਾਲਕ ਹੁੰਦਾ ਹੈ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ। ਮਿੱਤ, ਮਿੱਤ ਹੁੰਦੀ ਸਮਰੱਥਾ, ਮਿੱਤ ਹੁੰਦਾ ਹੱਦ ਬੰਨ੍ਹਣਾ, ਮਿੱਤ ਹੁੰਦਾ ਅੰਤ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ। ਬ੍ਰਹਮ ਗਿਆਨੀ ਦੇ ਹੱਦ ਬੰਨੇ ਨੂੰ, ਉਹਦੀ ਸਮਰੱਥਾ ਨੂੰ ਕੌਣ ਬਿਆਨ ਕਰ ਸਕਦਾ। ਉਹ ਤਾਂ ਇੰਨਾ ਸਮਰੱਥ ਹੁੰਦਾ ਹੈ, ਉਹ ਤਾਂ ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ, ਉਹਦਾ ਤਾਂ ਕੋਈ ਹੱਦ ਬੰਨੇ ਹੀ ਕੋਈ ਨਹੀਂ ਹੈਗਾ। ਇਸ ਲਈ ਉਹਦੇ ਬਾਰੇ ਕੌਣ ਵਿਖਿਆਨ ਕਰ ਸਕਦਾ। ਬਖਾਨਾ ਹੁੰਦਾ ਉਹਦੇ ਬਾਰੇ ਕਹਿਣਾ, ਵਿਖਿਆਨ ਕਰਨਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਨ। ਗਤ ਹੁੰਦੀ ਹਾਲਤ, ਆਤਮਿਕ ਅਵਸਥਾ। ਬ੍ਰਹਮ ਗਿਆਨੀ ਦੀ ਆਤਮਿਕ ਅਵਸਥਾ ਨੂੰ ਕੋਈ ਦੂਜਾ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਅਸੀਂ ਤੁਸੀਂ ਨਹੀਂ ਜਾਣ ਸਕਦੇ। ਜਿਵੇਂ ਸਾਨੂੰ ਤਾਂ ਇਹੀ ਨਹੀਂ ਪਤਾ ਵੀ ਸਾਡਾ ਬਾਪ ਕਿਹੜਾ, ਇਹ ਤਾਂ ਮਾਂ ਨੇ ਦੱਸਿਆ ਵੀ ਇਹ ਤੇਰਾ ਬਾਪ ਹੈ, ਅਸੀਂ ਮੰਨ ਲਿਆ, ਅਸੀਂ ਮੰਨ ਲਿਆ। ਜਿਵੇਂ ਇੱਕ ਬੰਦਾ ਕਹਿੰਦੇ ਕੀ ਗਰੰਟੀ ਕਿ ਪਿਤਾ ਹੈ ਵੀ ਪਰਮਾਤਮਾ ਹੈ, ਕੀ ਗਰੰਟੀ ਪਰਮਾਤਮਾ ਹੈ। ਮਸਕੀਨ ਜੀ ਉਹਨੂੰ ਕਹਿੰਦੇ
ਤੈਨੂੰ ਕੀ ਗਰੰਟੀ ਹੈ ਫਲਾਣਾ ਤੇਰਾ ਬਾਪ ਹੈ? ਬੋਲ, ਤੈਨੂੰ ਗਰੰਟੀ ਹੈ? ਤੇਰੇ ਬਾਪ ਦਾ ਨਾਂ ਤੈਨੂੰ ਕਿਹਨੇ ਦੱਸਿਆ? ਕਿ ਮੇਰੀ ਮਾਂ ਨੇ ਦੱਸਿਆ? ਤੇਰੀ ਮਾਂ ਨੇ ਤੈਨੂੰ ਬਾਪ ਦੱਸਿਆ ਇਹ ਤੇਰਾ ਬਾਪ ਹੈ? ਤੈਨੂੰ ਪਤਾ ਹੈ ਤੇਰਾ ਬਾਪ ਹੈ? ਉਹ ਪੜ੍ਹਦਾ ਨਾਰਾਜ਼ ਹੋ ਗਿਆ ਹੈ। ਮਸਕੀਨ ਜੀ ਕਹਿੰਦੇ ਆਰਾਮ ਨਾਲ ਮੇਰੀ ਗੱਲ ਸੁਣੋ। ਤੁਸੀਂ ਕਹਿੰਦੇ ਹੋ ਪਤਾ ਹੈ ਰੱਬ ਹੈ ਕਿ ਨਹੀਂ ਹੈ? ਕੋਈ ਰੱਬ ਰੂਬ ਨਹੀਂ ਹੈ। ਕਹਿੰਦੇ ਜੇ ਮੈਂ ਕਹਾਂ ਕੋਈ ਤੇਰਾ ਬਾਪ ਬੂਪ ਨਹੀਂ ਹੈਗਾ, ਤੂੰ ਲੜ ਪਏ ਨਾ ਮੇਰੇ ਨਾਲ। ਤੇਰੇ ਬਾਪ ਦਾ ਤੈਨੂੰ ਕਿੱਥੋਂ ਪਤਾ ਲੱਗਾ? ਮਾਂ ਨੇ ਕਿਹਾ ਤੇਰਾ ਬਾਪ ਹੈ ਅਤੇ ਤੂੰ ਮੰਨ ਲਿਆ। ਅਤੇ ਸਾਡੇ ਗੁਰੂ ਮਹਾਰਾਜ ਕਹਿੰਦੇ ਹਾਂ ਪਰਮਾਤਮਾ ਹੈ, ਅਤੇ ਅਸੀਂ ਸਿੱਖ ਹੋਣ ਦੇ ਨਾਤੇ ਮੰਨ ਲਿਆ, ਗੱਲ ਖਤਮ ਹੋ ਗਈ। ਤੂੰ ਮਾਂ ਨਾਲ ਕੋਈ ਬਹਿਸ ਕੀਤੀ ਕਿ ਮੈਨੂੰ ਸਬੂਤ ਦੇ ਇਹ ਮੇਰਾ ਬਾਪ ਹੈ? ਕਿ ਨਹੀਂ, ਬਸ ਫਿਰ ਕਹਿੰਦਾ ਸਿੱਖ ਵੀ ਇਹ ਨਹੀਂ ਗੁਰੂ ਨੂੰ ਕਹਿੰਦਾ ਸਾਨੂੰ ਸਬੂਤ ਦੇ ਕੇ ਰੱਬ ਹੈ। ਜਿਵੇਂ ਤੇਰੀ ਮਾਂ ਨੇ ਤੈਨੂੰ ਕਿਹਾ ਕਿ ਇਹ ਤੇਰਾ ਬਾਪ ਹੈ ਅਤੇ ਤੂੰ ਮੰਨ ਲਿਆ, ਇਸ ਤਰ੍ਹਾਂ ਗੁਰੂ ਮਹਾਰਾਜ ਕੇ ਪਰਮਾਤਮਾ ਹੈ ਅਤੇ ਅਸੀਂ ਮੰਨ ਲਿਆ ਹੈ। ਫਿਰ ਉਹ ਢਿੱਲਾ ਜਿਹਾ ਹੋ ਗਿਆ। ਸਾਰਾ ਕੁਝ ਵੇਖਿਆ ਨਹੀਂ ਹੁੰਦਾ। ਜਿਹੜੇ ਬ੍ਰਹਮ ਗਿਆਨੀ ਉਹਨਾਂ ਸਾਰਾ ਕੁਝ ਵੇਖਿਆ ਹੁੰਦਾ ਹੈ, ਅਤੇ ਜਿਨ੍ਹਾਂ ਸਾਰਾ ਕੁਝ ਵੇਖਿਆ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਇਸ ਲਈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਨ। ਬ੍ਰਹਮ ਗਿਆਨੀ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਬ੍ਰਹਮ ਗਿਆਨੀ ਦਾ ਤਾਂ ਨਾ ਕੋਈ ਅੰਤ ਹੈ, ਨਾ ਕੋਈ ਪਰਲਾ ਬੰਨਾ ਪਾਰ। ਗੁਰਬਾਣੀ ਸ਼ਬਦ ਉਰਵਾਰ ਪਾਰ, ਔਰ ਉਰਲਾ ਪਾਸਾ ਪਾਰ ਪਰਲਾ ਪਾਸਾ। ਬ੍ਰਹਮ ਗਿਆਨੀ ਦਾ ਨਾ ਅੰਤ ਪਤਾ ਕਿਸੇ ਨੂੰ ਅਤੇ ਨਾ ਪਰਲੇ ਬੰਨੇ ਦਾ ਪਤਾ ਵੀ ਉਹ ਕਿੱਥੋਂ ਤੱਕ ਹੈ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਹੇ ਭਾਈ, ਬ੍ਰਹਮ ਗਿਆਨੀ ਨੇ ਤਾਂ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ। ਅਖੀਰਲੇ ਪਦ 'ਚ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਇਹਨੂੰ ਸ੍ਰਿਸ਼ਟ ਪੜ੍ਹਨਾ, ਦੂਜੇ ਸੱਸੇ ਦੇ ਪੈਰ 'ਚ ਬਿੰਦੀ ਲਾਉਣੀ ਹੈ। ਹਿੰਦੀ ਦਾ ਸ਼ਬਦ ਹੈ ਜਿਹਨੂੰ ਸ੍ਰਿਸ਼ਟੀ ਸਪੈਲਿੰਗ ਹਿੰਦੀ ਵਾਲੇ ਲਿਖੇ ਨੇ। ਹਿੰਦੀ ਜਦੋਂ ਸ੍ਰਿਸ਼ਟੀ ਲਿਖਦੇ ਹਾਂ ਬਿਹਾਰੀ ਨਾਲ ਨਹੀਂ ਪਾਉਂਦੇ, ਸਿਹਾਰੀ ਨਾਲ ਪਾਉਂਦੇ ਹਾਂ। ਸਪੈਲਿੰਗ ਉਹੀ ਨੇ ਸ੍ਰਿਸ਼ਟੀ ਵਾਲੇ, ਪਰ ਗੁਰਬਾਣੀ ਦੇ ਨਿਯਮਾਂ ਅਨੁਸਾਰ ਟੈਂਕੇ ਨੂੰ ਸਿਹਾਰੀ ਨਹੀਂ ਬੋਲਦੀ। ਇਸ ਲਈ ਆਪਾਂ ਪੜ੍ਹਿਆ ਸ੍ਰਿਸ਼ਟ, ਭਾਵ ਹੈ ਸ੍ਰਿਸ਼ਟੀ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਹੁਣ ਧਿਆਨ ਦੇ ਸਭ ਹੈ। ਸਭ ਦੇ ਤਿੰਨ ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਸੱਸਾ ਭੱਬਾ ਸਭ, ਇੱਕ ਵਚਨ ਇਸਤਰੀ ਲਿੰਗ। ਹੁਣ ਸ੍ਰਿਸ਼ਟੀ ਜਿਹੜੀ ਹੈ ਇੱਕ ਵਚਨ ਅਤੇ ਇਸਤਰੀ ਲਿੰਗ, ਇਸ ਲਈ ਅੱਗੇ ਸੱਸਾ ਭੱਬਾ ਹੈ, ਇਸ ਲਈ ਸੱਸਾ ਭੱਬਾ। ਇਹ ਦੂਜਾ ਸਰੂਪ ਹੁੰਦਾ ਸੱਸਾ ਭੱਬੇ ਨੂੰ ਔਂਕੜ ਸਭ। ਉਹ ਜੇ ਸ੍ਰਿਸ਼ਟੀ ਦੀ ਥਾਂ 'ਤੇ ਪੁਲਿੰਗ ਕੋਈ ਸ਼ਬਦ ਹੁੰਦਾ ਫਿਰ ਹੁਣ ਅਸੀਂ ਸੱਸਾ ਭੱਬੇ ਨੂੰ ਔਂਕੜ ਸਭ। ਤੀਸਰੇ ਸਪੈਲਿੰਗ ਹੁੰਦੇ ਨੇ ਸੱਸਾ ਭੱਬੇ ਨੂੰ ਸਿਹਾਰੀ, ਇਹ ਬਹੁਵਚਨ ਹੁੰਦਾ ਸਭ ਸਾਰੇ। ਸਭ ਬਿਨਾਂ ਔਂਕੜ ਤੋਂ ਹੈ ਸਾਰੀ ਜਾਂ ਸਾਰਾ, ਅਤੇ ਜੇ ਭੱਬੇ ਨੂੰ ਸਿਹਾਰੀ ਲੱਗ ਗਏ ਤਾਂ ਅਰਥ ਹੋ ਗਿਆ ਸਾਰੇ, ਬਹੁਵਚਨ ਹੋ ਗਿਆ। ਇਸ ਲਈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਇਸ ਲਈ ਭੱਬੇ ਨੂੰ ਔਂਕੜ ਨਹੀਂ ਲਾਇਆ ਕਿਉਂਕਿ ਸ੍ਰਿਸ਼ਟੀ ਜਿਹੜੀ ਹੈ ਉਹ ਇਸਤਰੀ ਲਿੰਗ ਹੈ ਅਤੇ ਇੱਕ ਵਚਨ ਹੈ, ਇਸ ਲਈ ਸੱਸਾ ਭੱਬਾ। ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਜੇ ਪਰਮਾਤਮਾ ਕਰਤਾ ਹੈ ਨਾ, ਬ੍ਰਹਮ ਗਿਆਨੀ ਅਤੇ ਪਰਮਾਤਮਾ ਫਰਕ ਹੀ ਨਹੀਂ ਹੁੰਦਾ। ਜਦੋਂ ਕੋਈ ਫਰਕ ਹੀ ਨਹੀਂ ਅਤੇ ਇਸ ਲਈ ਕਹਿੰਦੇ ਉਹ ਵੀ ਸ੍ਰਿਸ਼ਟੀ ਦਾ ਕਰਤਾ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਦੇ ਸਦਾ ਹੀ ਜਿਉਂਦਾ, ਉਹ ਮਰਦਾ ਹੀ ਨਹੀਂ ਹੈ। ਤੁਸੀਂ ਕਹੋਗੇ ਮਰਦਾ ਹੀ ਨਹੀਂ, ਪਰ ਫਿਰ 2 ਲੱਖ ਸਾਲ ਉਮਰ ਹੋਗੀ। ਨਹੀਂ, ਇੱਥੇ ਮਰਨ ਤੋਂ ਭਾਵ ਹੈ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਉਹ ਦੁਬਾਰਾ ਜਨਮ ਹੀ ਨਹੀਂ ਲੈਂਦਾ। ਨਾ ਜਨਮ ਲਏਗਾ ਅਤੇ ਨਾ ਮਰੇਗਾ। ਭਜਨ ਬੰਦਗੀ ਦੀ ਇੱਕ ਐਸੀ ਅਵਸਥਾ ਜਿੱਥੇ ਜਾ ਕੇ ਬੰਦਾ ਮੁਕਤ ਹੋ ਜਾਂਦਾ ਹੈ, ਜਿੱਥੇ ਜਾ ਕੇ ਬੰਦਾ ਹਰ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਜਿੱਥੇ ਉਹਦੇ ਅੰਦਰ ਕੋਈ ਇੱਛਾ ਨਹੀਂ ਰਹਿੰਦੀ। ਜਦੋਂ ਕੋਈ ਇੱਛਾ ਨਾ ਰਹੇ ਤਾਂ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ।
ਇਹ ਸਾਡੀਆਂ ਇੱਛਾਵਾਂ ਹੀ ਸਾਨੂੰ ਦੁਬਾਰਾ ਜਨਮ ਲੈਣ ਲਈ ਮਜਬੂਰ ਕਰਦੀਆਂ ਨੇ। ਤੁਸੀਂ ਕੋਈ ਇੱਛਾ ਰੱਖੀ, ਇਸ ਜਨਮ 'ਚ ਪੂਰੀ ਹੀ ਨਹੀਂ ਹੋਈ, ਉਸ ਇੱਛਾ ਲਈ ਤੁਹਾਨੂੰ ਦੁਬਾਰਾ ਜਨਮ ਲੈਣਾ ਪਏਗਾ। ਅਗਲੇ ਜਨਮ 'ਚ ਮੰਨ ਲਓ ਪੂਰੀ ਨਹੀਂ ਹੋਈ, ਇੱਕ ਹੋਰ ਜਨਮ ਲੈਣਾ ਪਏਗਾ। ਇੱਛਾਵਾਂ ਕਰਨੀ ਵਾਰੀ ਜਨਮ ਲੈਂਦੇ ਨੇ। ਜਦੋਂ ਕੋਈ ਇੱਛਾ ਨਾ ਰਹੇ ਤਾਂ ਇਸ ਨੂੰ ਫਿਰ ਜਿਹੜਾ ਹੈ ਆਪਣਾ ਬੋਧੀ ਅਤੇ ਚੈਨੀ ਕਹਿੰਦੇ ਨਿਰਵਾਣ ਪਦ, ਇੱਛਾ ਤੋਂ ਰਹਿਤ, ਜਿੱਥੇ ਕੋਈ ਇੱਛਾ ਹੀ ਨਹੀਂ ਰਹੀ, ਉਹ ਪਦਵੀ, ਉਹ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਹੈ, ਮੁਕਤ ਪਦਵੀ ਹੁੰਦੀ ਹੈ। ਇਸ ਲਈ ਬ੍ਰਹਮ ਗਿਆਨੀ ਸਦਾ ਹੀ ਜਿਉਂਦਾ ਹੈ, ਉਹ ਮਰਦਾ ਨਹੀਂ ਹੈ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਬ੍ਰਹਮ ਗਿਆਨੀ ਜਿਹੜਾ ਮੁਕਤੀ ਦਾ ਦਾਤਾ ਹੈ, ਜੁਗਤ ਜੀਵਨ ਜਿਉਣ ਦੀ ਜਾਚ ਸਿਖਾਉਂਦਾ ਹੈ, ਜੀ ਕਾ ਦਾਤਾ ਅਤੇ ਨਾਮ ਦਾ ਦਾਤਾ ਹੈ। ਜੀ ਦਾਨ ਦੇ ਭਗਤੀ ਲਾਇਨ ਹਰਸ ਲੈਣ ਮਿਲਾਏ। ਕਿਉਂਕਿ ਜਨਮ ਮਰਨ ਦੋਹੂ ਮੈਂ ਨਹੀਂ, ਜਨ ਪਰਉਪਕਾਰੀ ਆਏ। ਜਿਹੜੇ ਜਨ ਨੇ ਉਹ ਜੰਮਣ ਮਰਨ ਦੇ ਚੱਕਰ 'ਚ ਨਹੀਂ ਹੁੰਦੇ, ਉਹ ਤਾਂ ਪਰਉਪਕਾਰ ਕਰਨ ਲਈ ਸੰਸਾਰ 'ਤੇ ਭੇਜੇ ਜਾਂਦੇ ਹਨ। ਜਨਮ ਮਰਨ ਦੋਹੂ ਮੈਂ ਨਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਜੀ ਦਾਨ, ਉਹ ਨਾਮ ਦਾਨ ਦਿੰਦੇ ਨੇ ਅਤੇ ਜੀਵ ਨੂੰ ਭਗਤੀ ਜੋੜ ਕੇ ਪਰਮਾਤਮਾ ਨਾਲ ਮਿਲਾਉਂਦੇ ਨੇ। ਸੋ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਹੁੰਦਾ। ਉਹ ਮੁਕਤੀ ਦਾਤਾ ਹੈ, ਉਹ ਜੀਵਨ ਜੁਗਤੀ ਦਾਤਾ ਹੈ, ਉਹ ਨਾਮ ਦਾ ਦਾਤਾ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਵਿਧਾਤਾ ਉਹ ਹੁੰਦਾ ਜਿਹੜੇ ਸਾਡੇ ਕਰਮਾਂ ਦਾ ਫਲ ਦੇਵੇ। ਪਰਮਾਤਮਾ ਸਾਡੇ ਕਰਮਾਂ ਦਾ ਸਾਨੂੰ ਫਲ ਦਿੰਦਾ, ਜਿਹੋ ਜਿਹਾ ਕੀਤਾ ਉਹੋ ਜਿਹੀ ਸਾਡੀ ਕਿਸਮਤ ਬਣਾਉਂਦਾ, ਇਹੀ ਫਲ ਹੈ। ਜਿਹੜੀ ਸਾਡੀ ਇਸ ਵੇਲੇ ਕਿਸਮਤ ਹੈ, ਸਾਡੇ ਪਿਛਲੇ ਜਨਮਾਂ ਦਾ ਫਲ ਹੈ। ਕਿੱਕਰ ਬੀਜੇ ਤਾਂ ਉਹਨੂੰ ਫਿਰ ਤੁੱਕੇ ਹੀ ਲੱਗਣੇ, ਜੇ ਕੰਡੇ ਲੱਗਣੇ, ਅਤੇ ਅੰਬ ਬੀਜੇ ਫਿਰ ਅੰਬ ਹੀ ਲੱਗਣੇ ਨੇ। ਹੁਣ ਜੇ ਕੋਈ ਕਹੇ ਅੱਜ ਮੈਂ ਸਾਰੀ ਉਮਰ ਚੋਰੀਆਂ ਕਰਦਾ ਨਾ, ਠੱਗੀਆਂ ਕਰਦਾ, ਮਿਲਾਵਟਾਂ ਕਰਦਾ, ਧੋਖਾਧੜੀ ਕਰਦਾ, ਲੋਕਾਂ ਨੂੰ ਕੁੱਟਦਾ ਮਾਰਦਾ ਰਹਾਂ, ਅਨਿਆਂ ਕਰਾਂ, ਜ਼ੁਲਮ ਕਰਾਂ, ਅਤੇ ਅਗਲਾ ਜਨਮ ਮੈਨੂੰ ਸੁਖੀ ਮਿਲ ਜੇ, ਇਹ ਤਾਂ ਸੋਚ ਹੀ ਮੂਰਖਤਾ ਵਾਲੀ ਹੈ। ਬਾਈਬਲ ਨੇ ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਕਹਿਤਾ, ਐ ਯੂ ਸੋ ਸ਼ੈਲ ਯੂ ਰੀਪ। ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ। ਹਿੰਦੀ ਵਾਲੇ ਬੋਏ ਪੇੜ ਬਬੂਲ ਕੇ ਆਮ ਕਹਾਂ ਤੇ ਖਾਏ। ਉਹ ਕਿੱਕਰ ਦੇ ਦਰਖਤ ਬੀਜ ਕੇ ਤੁਸੀਂ ਅੰਬ ਕਿੱਥੋਂ ਖਾਓਗੇ? ਗੁਰਬਾਣੀ ਕਹਿੰਦੇ ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ। ਜੱਟ ਬੀਜ ਅਤੇ ਕਿੱਕਰ ਹੈ, ਅਤੇ ਕਹਿੰਦਾ ਮੈਂ ਬਿਜਨੌਰ ਦੀਆਂ ਦਾਖਾਂ ਖਾਣੀਆਂ। ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਦੇ ਬਿਜਨੌਰ ਦਾ ਇਲਾਕਾ ਹੈ, ਬੜੇ ਉੱਥੇ ਡਰਾਈ ਫਰੂਟ ਪ੍ਰਸਿੱਧ ਨੇ ਉੱਥੋਂ ਦੇ। ਉੱਥੋਂ ਦੀਆਂ ਦਾਖਾਂ ਖਾਣਾ ਚਾਹੁੰਦਾ, ਬੀਜ ਕਿੱਕਰ ਰਿਹਾ। ਹੈ ਇਨਸਾਨ ਤੂੰ ਭੈੜੇ ਕੰਮ ਕਰਕੇ ਸੁੱਖ ਦੀ ਮਤ ਆਸ ਰੱਖ। ਜਿਹੋ ਜਿਹੇ ਤੂੰ ਕੰਮ ਕਰੇ ਉਹੋ ਜਿਹੇ ਤੈਨੂੰ ਫਲ ਮਿਲਣਾ ਹੈ। ਕਿਤੇ ਜੇ ਦ੍ਰਿੜ ਹੋ ਜਾਏ ਬੰਦੇ ਨੂੰ, ਸਭ ਬੁਰਾਈਆਂ ਛੱਡ ਦੇਗਾ, ਰਾਤੇ ਰਾਤ ਹੀ ਛੱਡ ਦੇਗਾ। ਪਰ ਭਾਵੇਂ ਮੇਰੇ ਵਰਗਾ ਗਿਆਨ ਭਾਵੇਂ ਉਹ ਛੱਡਦਾ ਨਹੀਂ ਬੁਰਾਈਆਂ। ਕਿਉਂ? ਬੁਰਾਈਆਂ ਦੇ ਇੱਕ ਆਪਣਾ ਆਨੰਦ ਹੈ। ਬੁਰਾਈ ਦਾ ਚੰਗਿਆਈ ਨਾਲ ਮੈਂ ਦੇਖਿਆ ਵੱਧ ਆਨੰਦ ਹੈ, ਇਸ ਲਈ ਮਨੁੱਖ ਬੁਰਾਈ ਨੂੰ ਨਹੀਂ ਛੱਡਦਾ। ਇਸ ਲਈ ਗੁਰੂ ਮਹਾਰਾਜ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਉਹ ਤਾਂ ਪੂਰਨ ਪੁਰਖ ਹੈ, ਉਹ ਤਾਂ ਵਿਦਾਤਾ ਹੈ, ਉਹ ਤਾਂ ਰਚਨਕਾਰ ਹੈ, ਉਹ ਤਾਂ ਸਾਡੇ ਕਰਮਾਂ ਦਾ ਫਲ ਦੇਣ ਵਾਲਾ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਅਨਾਥ ਹੁੰਦੇ ਨੇ ਜਿਹਦਾ ਮਾਂ ਪਿਓ ਮਰ ਜਾਏ ਜੀ, ਯਤੀਮ ਵੀ ਕਹਿੰਦੇ ਨੇ। ਹਿੰਦੀ ਵਾਲੇ ਅਨਾਥ ਕਹਿੰਦੇ ਨੇ, ਉਰਦੂ ਵਾਲੇ ਯਤੀਮ ਕਹਿੰਦੇ ਨੇ। ਯਤੀਮ ਖਾਨਾ, ਹਿੰਦੀ ਕਿ ਅਨਾਥਾਲਿਆ, ਫਲਾਣੇ ਅਨਾਥਾਲਿਆ ਖੋਲ੍ਹਿਆ ਜਿੱਥੇ ਅਨਾਥ ਬੱਚੇ ਰੱਖੇ ਜਾਂਦੇ ਨੇ। ਉਰਦੂ ਵਾਲੇ ਕਹਿੰਦੇ ਯਤੀਮ ਖਾਨਾ ਹੈ, ਉਹ ਬੱਚਾ ਜਿਹਦਾ ਮਾਂ ਪਿਓ ਮਰ ਗਿਆ ਹੁੰਦਾ ਉਹਨੂੰ ਕਹਿੰਦੇ ਯਤੀਮ ਹੈ ਅਤੇ ਅਨਾਥ ਹੈ। ਬ੍ਰਹਮ ਗਿਆਨੀ ਦੇ ਅਨਾਥਾਂ ਦਾ ਅਨਾਥ ਹੈ। ਜਿਹਦਾ ਕੋਈ ਮਾਲਕ ਨਹੀਂ ਉਹਦਾ ਮਾਲਕ ਬ੍ਰਹਮ ਗਿਆਨੀ ਹੁੰਦਾ ਹੈ। ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ। ਬ੍ਰਹਮ ਗਿਆਨੀ ਦਾ ਹੱਥ ਸਾਰਿਆਂ ਦੇ ਉੱਪਰ ਹੁੰਦਾ, ਭਾਵ ਉਹਦੀ ਸਾਰਿਆਂ 'ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਉਹ ਕਿਸੇ ਦਾ ਮਾੜਾ ਨਹੀਂ ਕਰਦਾ। ਕਹਿੰਦੇ ਨੇ ਉਹ ਜੀ ਗੁਰੂ ਮਹਾਰਾਜ ਮੈਨੂੰ ਹੱਥ ਦੇ ਕੇ ਰੱਖਿਆ। ਗੁਰੂ ਮਹਾਰਾਜ ਨੇ ਕਹਿੰਦੇ ਮੈਨੂੰ ਹੱਥ ਦੇ ਕੇ ਰੱਖਿਆ।
आही है उत्ते हथ होना। ब्रह्म ज्ञानी का सगल आकार ਜਿਹੜੇ ਸਾਰੀ ਸ੍ਰਿਸ਼ਟੀ ਆਕਾਰ ਵਿਖਾਈ ਦੇ ਰਹੇ ਨਾ, ਸਭ ਇਹ ਬ੍ਰਹਮ ਗਿਆਨੀ ਦਾ ਹੀ ਹੈ। ਇਹ ਸਾਰਾ ਆਕਾਰ ਬ੍ਰਹਮ ਗਿਆਨੀ ਨੇ ਹੀ ਬਣਾਇਆ ਹੋਇਆ ਹੈ। ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਤਾਂ ਆਪ ਹੀ ਰੱਬ ਰੂਪ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਤਾਂ ਨਿਰੰਕਾਰ 'ਚ ਕੋਈ ਫਰਕ ਨਹੀਂ ਹੁੰਦਾ, ਉਹਦਾ ਹੀ ਰੂਪ ਹੁੰਦਾ ਹੈ। ਵਾਹਿਗੁਰੂ 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 ਕਰਦਿਆਂ ਕਰਦਿਆਂ ਬੰਦਾ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ ਹੈ, ਉਹਦਾ ਹੀ ਰੂਪ ਹੋ ਜਾਂਦਾ। ਜਿਹਨੂੰ ਤੁਸੀਂ ਯਾਦ ਕਰੀ ਜਾਓਗੇ ਕਰੀ ਜਾਓਗੇ ਕਰੀ ਜਾਓਗੇ ਕਰੀ ਜਾਓਗੇ, ਇੱਕ ਦਿਨ ਉਹਦੇ ਵਰਗੇ ਹੀ ਹੋ ਜਾਓਗੇ। ਜਦ ਮੈਂ ਗਿਆਨੀ ਕਰਦਾ ਸੀ ਤਾਂ ਮੈਂ ਇੱਕ ਲਾਈਨ ਪੜ੍ਹੀ, ਮੈਂ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੇ ਕੋਈ। ਹੀਰ ਕਹਿੰਦੇ ਮੈਂ ਰਾਂਝਾ 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 ਕਰਦੀ, ਆਪ ਹੀ ਰਾਂਝਾ ਹੋ ਗਈਆਂ। ਅਤੇ ਜਦੋਂ ਮੈਂ ਬਾਣੀ ਪੜ੍ਹੀ ਤਾਂ ਫਿਰ ਮੈਨੂੰ ਹੋ ਗਿਆ, ਓਹੋ, ਜੇ ਹੀਰ ਰਾਂਝੇ ਨੂੰ ਯਾਦ ਕਰਦੀ ਕਰਦੀ ਰਾਂਝੇ ਦਾ ਰੂਪ ਹੋ ਗਈ ਤਾਂ ਬੰਦਾ ਵੀ ਵਾਹਿਗੁਰੂ 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 ਕਰਦੇ ਇੱਕ ਦਿਨ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਅਤੇ ਜਦੋਂ ਵਾਹਿਗੁਰੂ ਦਾ ਰੂਪ ਹੋ ਜਾਂਦਾ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਅਤੇ ਜਦੋਂ ਉਹਦਾ ਹੀ ਰੂਪ ਹੀ ਹੋ ਗਿਆ ਤਾਂ ਫਿਰ ਫਰਕ ਤਾਂ ਨਜ਼ਰ ਹੀ ਕੋਈ ਨਾ। ਇਸ ਲਈ ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਬ੍ਰਹਮ ਗਿਆਨੀ ਦੀ ਸੋਭਾ ਤਾਂ ਬ੍ਰਹਮ ਗਿਆਨੀ ਨੂੰ ਹੀ ਫੱਬਦੀ ਹੈ, ਦੂਸਰੇ ਦੇ ਨਹੀਂ ਬਣਾਉਂਦੀ, ਉਹਨੂੰ ਹੀ ਫੱਬਦੀ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਣੀ, ਧਣੀ ਹੁੰਦਾ ਮਾਲਕ, ਬ੍ਰਹਮ ਗਿਆਨੀ ਤਾਂ ਸਾਰਿਆਂ ਦਾ ਹੀ ਮਾਲਕ ਹੁੰਦਾ ਹੈ, ਉਹ ਸਭ ਦਾ ਮਾਲਕ ਹੁੰਦਾ। ਜਿਵੇਂ ਪਰਮਾਤਮਾ ਸਭ ਦਾ ਮਾਲਕ ਹੈ, ਜਿਹੜਾ ਪਰਮਾਤਮਾ ਨੂੰ ਮਿਲ ਜਾਂਦਾ ਹੈ ਉਹਦਾ ਰੂਪ ਹੋ ਜਾਂਦਾ ਹੈ। ਇਹ ਤਰਾ ਪਤ ਪਵੜੀਆਂ ਚੜ੍ਹੀਆਂ ਹੋਏ ਅਕੀਸ, ਆਉਂਦਾ ਕਿ ਨਹੀਂ? ਅਸੀਂ ਅਜੇ ਦੋ ਹਾਂ, ਮੈਂ ਅਤੇ ਤੂੰ ਹਾਂ, ਮੈਂ ਅਤੇ ਰੱਬ ਹਾਂ, ਅਤੇ ਪਰਮਾਤਮਾ ਨੂੰ ਅਸੀਂ ਮਿਲਣਾ। ਪਰਮਾਤਮਾ ਨੂੰ ਮਿਲਣ ਦੇ ਵਿੱਚ ਪੌੜੀਆਂ ਨੇ, ਉਹਨਾਂ ਪੌੜੀਆਂ 'ਤੇ ਉਹੀ ਚੜ੍ਹ ਸਕਦਾ ਜਿਹੜਾ ਇੱਕ ਹੋ ਜਾਂਦਾ ਹੈ। ਯਾਦ ਰੱਖੋ, ਦਾਲ ਨਹੀਂ ਉੱਗਿਆ ਕਰਦੇ। ਛੋਲਿਆਂ ਦੀ ਦਾਲ ਲੈ ਲਓ, ਉਹਨੂੰ ਧਰਤੀ ਦੱਬੋ, ਨਹੀਂ ਉੱਗੇਗੀ। ਛੋਲਿਆਂ ਦਾ ਸਾਬਤ ਦਾਣਾ ਦੱਬੋ, ਉੱਗ ਪਏਗਾ। ਅਸੀਂ ਅਜੇ ਦਾਲ ਹਾਂ, ਦਾਲ ਨਹੀਂ ਉੱਗਿਆ ਕਰਦੇ। ਜਦੋਂ ਦਾਲ ਤੁਸੀਂ ਇੱਕ ਦਾਣਾ ਬਣ ਗਏ, ਬਸ ਉਹਦੇ ਗੱਲ ਬਣ ਗਈ। ਪਰਮਾਤਮਾ ਦੇ ਰਾਹ ਨੂੰ ਪੌੜੀਆਂ ਨੇ ਜਪਜੀ ਸਾਹਿਬ ਲਿਖਿਆ, ਅਤੇ ਉਸ ਪੌੜੀ ਦੇ ਕੌਣ ਚੜ੍ਹੇ? ਚੜ੍ਹੀਆਂ ਹੋਏ ਅਕੀਸ, ਇੱਕ ਇੱਕ ਹੋਣਾ ਪੈਣਾ, ਦੋ ਨਹੀਂ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਤੇਰਾ 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 ਤੇਰਾ। ਦੇਖੋ ਉਹਨਾਂ ਦੇ ਅੰਦਰ ਵਸਿਆ ਸੀ ਪਰਮਾਤਮਾ। ਜਦੋਂ ਤੋਲਦੇ ਹੋਏ 13 'ਤੇ ਪਹੁੰਚੇ, ਬਸ ਬਿਰਤੀ ਲੱਗ ਗਈ ਹੈ, ਤੇਰਾ 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 ਤੇਰਾ, ਅਤੇ ਤੋਲੀ ਜਾ ਰਹੇ ਹਨ। ਇਸ ਲਈ ਉਹਦੀ ਯਾਦ ਹੀ ਇੰਨੀ ਹਿਰਦੇ 'ਚ ਵਸ ਜਾਂਦੀ ਹੈ ਕਿ ਇੱਕ ਦਿਨ ਉਹਦੇ ਵਰਗਾ ਹੀ ਹੋ ਜਾਂਦਾ ਬੰਦਾ, ਅਤੇ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ। ਅਤੇ ਬ੍ਰਹਮ ਗਿਆਨੀ ਅਤੇ ਪਰਮਾਤਮਾ ਦੇ ਵਿੱਚ ਫਿਰ ਕੋਈ ਅੰਤਰ ਨਹੀਂ ਰਹਿੰਦਾ। ਸਤਿਕਾਰਯੋਗ ਸਾਧ ਸੀ, ਇੱਥੇ 8 ਅਸ਼ਟਪਦੀਆਂ ਪੂਰੀਆਂ ਹੋ ਗਏ ਨੇ। ਕੱਲ੍ਹ ਨੂੰ ਆਪਾਂ 9ਵੀਂ ਅਸ਼ਟਪਦੀ ਦੀ ਕਥਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।